ਮੈਂ ਨਹੀਂ ਰਹਿਣਾ ਇੱਥੇ ਤੈਨੂੰ ਦੱਸਾਂ ਮੈਂ ਅਮਲੀਆ ਹੁਣ ਤੈਨੂੰ ਕੀ ਪੌੜਾ ਪੈ ਗਿਆ ਬਈ? ਉਹ ਮੈਨੂੰ ਤੂੰ ਪਵਾੜਾ ਛੱਡ ਮੇਰਾ ਤੂੰ ਵੀਜ਼ਾ ਪੂਜਾ ਲਵਾ ਜਰਮਨ ਦਾ ਤੈਨੂੰ ਦੱਸਾਂ ਮੈਂ ਤੈਂ ਜਰਮਨ ਜਾ ਕੇ ਟੋਟਾ ਸਾਫ਼ ਕਰਨੀ ਆ? ਉਹ ਟੋਇਦਾ ਵੀ ਕਰ ਲਾਂਗੇ ਤਾਇਆ ਸਾਫ ਹੋਇਆ ਸਮਾਨ ਮਿਲਣਾ ਨਾ ਤਾਂ ਸਾਰਾ ਕੁਝ ਸਾਫ ਹੋਣਾ ਕਿਹੜਾ ਸਮਾਨ ਮਿਲਣਾ ਅਮਲੀਆ ਤੈਨੂੰ? ਉਹ ਤਾਇਆ ਉੱਥੇ ਉਹਨਾਂ ਨੇ ਭੰਗ ਕਹਿੰਦੇ ਫ੍ਰੀ ਖਾਓ ਪੀਓ ਨਜ਼ਾਰੇ ਲੋ ਕੋਈ ਨਹੀਂ ਫੜਦਾ ਉਹ ਤੈਨੂੰ ਬੰਦੇ ਓਏ ਅਮਲੀਆ ਤੇਰੇ ਉਹ ਇਹ ਤਾਂ ਮੰਮੀ ਸੁਣਿਆ ਮਾਸਟਰਾ ਕਹਿੰਦੇ ਜਰਮਨ ਵਾਲਿਆਂ ਨੇ ਭੰਗ ਕਰ ਦਿੱਤੀ ਆ ਆਜ਼ਾਦ ਕਰਤੀ ਜਿੱਦਾਂ ਮਰਜ਼ੀ ਬੀਜੋ। ਬਿਲਕੁਲ ਪਰ ਤਾਂ ਇਹ ਵੀ ਦੇਖੋ ਵੀ ਜੇ ਆਪਣੇ ਇੰਡੀਆ ਵਿੱਚ ਫ੍ਰੀ ਆ ਪਰ ਆਪਣੇ ਹੁਣ ਖਾਂਦਾ ਪੀਂਦਾ ਨਹੀਂ ਖਾਂਦਾ ਪੀਂਦਾ ਕੌਣ ਨਹੀਂ। ਹੁਣ ਦੂਜਾ ਕਿ ਜਿਹੜੇ ਸਾਡੇ ਆ ਕੈਮੀਕਲ ਨਸ਼ੇ ਇੰਨੇ ਵੱਧ ਗਏ ਚਿੱਟਾ ਵੱਧ ਗਿਆ ਹੈਰੋਇਨ ਲੈ ਲਓ ਡਰੱਗਸ ਕਿੰਨੀਆਂ ਵੱਧ ਗਈਆਂ ਹੁਣ ਇਹਦੇ ਉੱਤੇ ਵੀ ਇੱਕ ਚਰਚਾ ਚੱਲਣ ਲੱਗ ਗਈ ਆ ਵੀ ਕਿਉਂ ਨਾ ਇਹ ਜਿਹੜੇ ਬੰਦੇ ਜਿਹੜੀ ਨਸ਼ਾ ਕਰਨ ਨਹੀਂ ਤਾਂ ਕਰਨਾ ਹੀ ਆ ਉਹਨਾਂ ਨੂੰ ਇੱਕ ਅਲਟਰਨੇਟਿਵ ਦੇ ਦਿੱਤਾ ਜਾਵੇ ਵੀ ਜਿਹੜੇ ਨੈਚੁਰਲ ਨਸ਼ੇ ਆ ਉਹ ਦੇ ਦਿੱਤੇ ਜਾਣ ਹਨਾ। ਹੁਣ ਜਿਹੜੇ ਨੈਚੁਰਲ ਨਸ਼ਿਆਂ ਦਾ ਫਰਕ ਇਹ ਆ ਕਿ ਇੰਨਾ ਜ਼ਿਆਦਾ ਸਾਈਡ ਇਫੈਕਟ ਦੇਖੋ ਨਸ਼ਾ ਤਾਂ ਮਾੜਾ ਹੀ ਆ ਕੋਈ ਵੀ ਹੋਵੇ ਹਨਾ ਤੇ ਹੁਣ ਇਹ ਸਾਈਡ ਇਫੈਕਟ ਜਿਹੜੇ ਆ ਉਹਨਾਂ ਦੇ ਇੰਨੇ ਜ਼ਿਆਦਾ ਆ ਬੰਦਾ ਕੰਮ ਤੋਂ ਵੀ ਜਾਂਦਾ ਲੱਗਦਾ ਤੁਹਾਨੂੰ ਘੱਟੋ ਘੱਟ ਅਮਲੀ ਆ ਮੈਨੂੰ ਲੱਗਦਾ 15-20 ਸਾਲ ਤੋਂ ਤਾਂ ਆਪਾਂ ਇਦਾਂ ਦਾ ਦੇਖਦੇ ਆ 15 ਮਿੰਟ ਸਾਲ ਤਾਂ ਹੋਰ ਕੱਢ ਜੋ ਬਹੁਤ ਚਿਰ ਹੋ ਗਿਆ ਡੋਡੇ ਪੀਂਦੇ ਕੰਮ ਵੀ ਕਰੀ ਜਾਂਦਾ ਬੜਾ ਵਧੀਆ ਕੰਮ ਪੂਰਾ ਕਰੀਦਾ ਸਵੇਰ ਤੋਂ ਆਯੁਰਵੈਦਿਕ ਦਵਾਈਆਂ ਤਾਇਆ ਅੰਦਰ ਜਾਂਦੇ ਆਪੇ ਕੰਮ ਹੁੰਦਾ ਨਾਲੇ ਫਾਇਦਾ ਵੀ ਹੈ ਥੋੜੀ ਜਿਹੀ ਸਮਾਨ ਚ ਪਤਾ ਨਹੀਂ ਕਿੰਨੇ ਪੈਸੇ ਦਾ ਕੰਮ ਹੋ ਜਾਂਦਾ ਬੜਾ ਲਾਲਾ ਕੰਮ ਤਾਂ ਹੀ ਕਰਾਣਾ ਨਹੀਂ ਲਾ ਲਾ ਬਈ ਉਹਦਾ ਮੈਂ ਸੁਣਿਆ ਕਹਿੰਦੇ ਵੀ ਉਹ ਕਹਿੰਦੇ ਇੱਕ ਬੰਦਾ ਆਪਣੇ ਯੂਜ਼ ਕਰਨ ਲਈ 3 ਬੂਟੇ ਲਾ ਸਕਦਾ। ਹਾਂਜੀ 3 ਬੂਟੇ ਵੱਡੇ ਹੋ ਗਏ ਮੁੱਕਣੇ ਹੀ ਨਹੀਂ ਮੁੱਕਣੇ ਨਹੀਂ ਉਹਨਾਂ ਨਾਲ ਹੀ ਹੋਰ ਬੀਜ ਦਿਓ ਬਿਲਕੁਲ ਫੇਰ ਕਹਿੰਦੇ 25 ਗ੍ਰਾਮ ਕਹਿੰਦੇ ਆਪਣੇ ਕੋਲ ਰੱਖ ਸਕਦਾ ਆਪਣੇ ਪਰਸ ਯੂਜ਼ ਕਰ ਲਈ। ਅਮਲੀਆ ਸੱਚੀ ਮੁੱਚੀ ਉੱਥੇ ਤੈਨੂੰ ਤਾਂ ਯਾਰ ਜਾਣ ਦੀ ਲੋੜ ਹੀ ਨਹੀਂ ਜਰਮਨ ਤੇਰਾ ਧਰਮਵੀਰ ਗਾਂਧੀ ਕਹਿੰਦੇ ਕਾਂਗਰਸ ਵਿੱਚ ਆ ਗਿਆ। ਬੱਲੇ 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 ਉਹ ਸੁਣਿਆ? ਕਾਂਗਰਸ ਪਾਰਟੀ ਹੈ ਆਪਣੀ ਆਹੋ ਚਲੋ ਵਧੀਆ ਤੇ ਕਾਂਗਰਸ ਜੇ ਜਿੱਤ ਗਈ ਫੇਰ ਤੇਰੀਆਂ ਬਹੁਮਾਰਾਂ ਮੁੰਡਿਆ ਸ਼ਾਇਦ ਉਹ ਵੀ ਟੋਡੇ ਤੇ ਕਰਾਏ ਤੂੰ ਮਾਫ। ਚਲੋ ਹੈ ਨਾ ਐ ਨਹੀਂ ਜਿੱਤਦੀ ਆ ਸਾਡੀ ਵੀ ਪ੍ਰਨੀਤ ਕੌਰ ਖੜੀ ਉਧਰੋਂ ਕੋਈ ਨਹੀਂ ਦੇਖ ਲਾਂਗੇ ਬਈ ਆਇਆ ਨਾ ਕਾਂਗਰਸ ਦੀ ਲੋੜ ਨਾ ਬੀਜੇਪੀ ਦੀ ਸਾਨੂੰ ਜਿਤਾਓ ਤੇ ਦੇਖਿਓ 25 ਗ੍ਰਾਮ ਕੀ 50 ਗ੍ਰਾਮ ਤੁਹਾਡੀਆਂ ਦੋਵੇਂ ਜੇਬਾਂ ਭਰੀਆਂ ਰੱਖਾਂਗੇ। ਵਾਹ ਮੰਤਰੀ ਸਾਹਿਬ ਦੇਖ ਲਓ ਮੇਰੇ ਡੈਡੀ ਬੋਲੇ ਨਹੀਂ ਮੌਕਾ ਭਾਵੇਂ ਨਹੀਂ ਜਦੋਂ ਮੌਕਾ ਮਿਲੇ ਉਦੋਂ ਠੋਕਾਂਗੇ ਬਾਬਾ ਮੰਤਰੀ ਅਸੀਂ ਤੁਹਾਡੇ ਨਾਲ ਆ ਜੀ ਏਦਾਂ ਗੱਲਬਾਤ ਗੱਲ ਸੁਣ ਤੂੰ ਉਧਰ ਵੀ ਨਾਲ ਆ ਤੂੰ ਇੱਧਰ ਵੀ ਨਾਲ ਆ ਦੋ ਪਾਸੇ ਨਾਲ ਨਾਲ ਤਾਂ ਨਹੀਂ ਹੋ ਸਕਦਾ ਇਹ ਦੋ ਨਹੀਂ ਤੂੰ ਇੱਕ ਚੀਜ਼ ਨਹੀਂ ਨੋਟ ਕਰ ਰਿਹਾ ਦੋਨਾਂ ਪਾਸੇ ਇੱਕ ਸਮਾਨ ਆ ਇਹਦੇ ਸਮਾਨ ਦੇ ਨਾਲ ਆ ਉਹਦਾ ਵੀ ਮੰਤਰੀ ਸਾਹਿਬ ਪਿਛਲੀ ਵਾਰੀ ਮੈਂ ਕਿਹਾ ਤੁਹਾਨੂੰ ਐਨ 2 ਸਾਲ ਹੋ ਗਏ ਉਦੋਂ ਵੀ ਇਲੈਕਸ਼ਨ ਦਾ ਸਮਾਂ ਸੀ ਤੇ ਹੁਣ ਵੀ ਇਲੈਕਸ਼ਨ ਦਾ ਸਮਾਂ ਆਇਆ ਆ ਹੁਣ ਦੇ ਲਾ ਫੇਰ ਆ ਗਿਆ ਟਾਈਮ ਕੱਢ ਕੇ ਹੁਣ ਦੱਸੋ ਇਹ ਤਾਂ ਭਾਈ ਉਦੋਂ ਯਾਦ ਹੁੰਦਾ ਇਹਨਾਂ ਨੂੰ ਅਸੀਂ ਆ ਲੋਕਾਂ ਦੇ ਨੌਕਰ ਇਤਰਾ ਅਸੀਂ ਤਾਂ ਸਵੇਰੇ ਨਿਕਲ ਜਾਈਦੇ ਆਪਣਾ ਝੋਲਾ ਰੱਖੀਦਾ ਗੱਡੀ ਦੇ ਪਿੱਛੇ ਸਵੇਰੇ ਨਿਕਲ ਤਾਂ ਜਾਈਦਾ ਕਿ ਲੋਕੀ ਆ ਕੇ ਪਿਆਰ ਨਾਲ ਭਰ ਦੇਣ। ਹੈ ਲੋਕਾਂ ਦੀ ਸੇਵਾ ਕਰਨ ਸਵੇਰੇ ਨਿਕਲ ਜਾਈਦਾ। ਅੱਛਾ ਅੱਜ ਵੇਖੋ ਅਸੀਂ ਪੱਗ ਵੀ ਨਹੀਂ ਬੰਨੀ ਪਰਨਾ ਬੰਨ ਕੇ ਤੁਹਾਡੇ ਵਿੱਚ ਬੈਠਾ ਮੈਂ ਅੱਛਾ ਤੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਆ ਉਹਨਾਂ ਦਾ ਜਿਗਰਾ ਵੇਖਿਆ ਫਿਰ ਤੁਸੀਂ ਕਾਹਦਾ ਜਿਗਰਾ ਬਈ ਉਹ ਕਹਿੰਦੇ ਮੈਂ ਨਹੀਂ ਖੜਾ ਹੋਣਾ ਐਰਕੀ ਵੋਟਾਂ 'ਚ। ਹਾਂ ਤੇ ਲੋਕਤੰਤਰਿਕ ਤਰੀਕੇ ਨਾਲ ਸਿਲੈਕਸ਼ਨ ਹੋਊਗੀ। ਅੱਛਾ ਹੁਣ ਕਿੱਦਾਂ ਯਾਦ ਆ ਗਿਆ ਇਹਨੂੰ 40 ਸਾਲਾਂ ਬਾਅਦ ਤਾਇਆ ਵੇ ਹੁਣ ਕਹਿੰਦੇ ਵੀ ਆਪ ਨਹੀਂ ਖੜੇ ਉਹਨਾਂ ਨਾਲ ਬੀਬਾ ਜੀ ਉਹਨਾਂ ਵੀ ਨਹੀਂ ਖਾਣਾ ਪਿਆ ਤੇ ਹੁਣ ਨਹੀਂ ਬੋਲੇ ਮੰਤਰੀ ਸਾਹਿਬ ਬੀਬਾ ਜੀ ਮੰਤਰੀ ਸਾਹਿਬ ਦੀ ਤਾਲੀ ਤੇ ਹੀ ਮੁੱਕ ਗਈ ਗੱਲ ਧਿਆਨ ਤੇਰਾ ਸਾਡੀ ਪਾਰਟੀ ਨੇ ਰੱਖਣਾ ਅੱਛਾ ਇਸ ਲਈ ਸੋਚ ਸਮਝ ਕੇ ਬੋਲੋ। ਲੈ ਬਈ ਐਤਕੀ ਆਪਾਂ ਇੱਧਰ ਆ ਭਾਈ ਹੁਣ ਆਪਾਂ ਐਲਾਨ ਕਰਦਾ ਪਰ 25 ਤੋਂ 50 ਹੀ ਕਰਨੀ ਯਾਦ ਭੁੱਲਣੀ ਤੁਸੀਂ ਮੰਤਰੀ ਸਾਹਿਬ ਨਜ਼ਾਮ ਨਹੀਂ ਉਦਾਂ ਤਾਂ ਠੀਕ ਆ ਦੇਖ ਘਰ 'ਚ ਇੱਕੋ ਹੀ ਬੰਦਾ ਬਹੁਤ ਹੁੰਦਾ ਪਾਰਟੀ 'ਚ ਖੜਾ ਬਾਕੀ ਚੱਲਣੀ ਦੋਨਾਂ ਦੀ ਆ ਕੋਈ ਖੜ ਜਵੇ ਕੋਈ ਨਾ ਖੜ ਜਵੇ ਕਿਉਂ ਮਾਸਟਰ ਬਿਲਕੁਲ ਪਰ ਤਾਇਆ ਇਹ ਆ ਵੀ ਸੁਖਬੀਰ ਬਾਦਲ ਸਾਹਿਬ ਨੇ ਕਹਿ ਦਿੱਤਾ ਵੀ ਮੈਂ ਨਹੀਂ ਹੁਣ ਖੜਨਾ ਵੀ ਮੈਂ ਤਾਂ ਚੋਣਾਂ ਲੜਾਉਂਗਾ ਪਰ ਦੂਜੇ ਪਾਸੇ ਜੇ ਦੇਖੀਏ ਵੀ ਅਕਾਲੀ ਦਲ ਜੇ ਸਟੈਂਡ ਨਹੀਂ ਕਰ ਪਾਇਆ ਵੀ ਜਿੰਨੇ ਜਦੋਂ ਦੀ ਬੇਅਦਬੀ ਹੋਈ ਆ ਮਹਾਰਾਜ ਦੀ ਉਦੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਅਜੇ ਤੱਕ ਆਪਣਾ ਕੁਝ ਵੀ ਨਵਾਂ ਨਹੀਂ ਦੇ ਪਾਏ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਰੋਸਾ ਜਿੱਦਾਂ ਮਰਜ਼ੀ ਕਹਿ ਲਓ ਕੰਮ ਬਹੁਤ ਕੀਤੇ ਉਹ ਕੰਮ ਜੇ ਕਹਿ ਲਓ ਵੀ ਲੀਡਰ ਸਾਹਿਬ ਜ਼ਿਆਦਾ ਦੱਸ ਸਕਦੇ ਆ ਵੀ ਉਹਨਾਂ ਦਾ ਜਿਹੜਾ ਕੰਮ ਆ ਮਾਸਟਰ ਜੀ ਮੰਨ ਕੇ ਪੇ ਰੋਸਾ ਪਰ ਜਿਹੜੀਆਂ ਪਾਰਟੀਆਂ ਦਾਅਵੇ ਕਰਦੀਆਂ ਸੀ ਉਹਨਾਂ ਕਿੰਨਾ ਕਿ ਇਨਸਾਫ ਦੇਤਾ ਖੜੀਆਂ ਤੇ ਉਹ ਵੀ ਉੱਥੇ ਹੀ ਆ ਜਿੱਥੇ ਅਸੀਂ ਖੜੇ ਆ ਫਿਰ ਸਾਡੇ ਕੱਲਿਆਂ ਨਾਲ ਰੋਸਾ ਕਿਉਂ ਇਹ ਵੀ ਗੱਲ ਤਾਂ ਇਹ ਨਹੀਂ ਗੱਲ ਸੁਣ
ਹੁਣ ਮੇਰੇ ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਆਮ ਪਾਰਟੀ ਦੇ ਨਾਲ ਖੜੇ ਸੀ ਪਿੱਛੇ। ਓਕੇ, ਸ਼ਾਇਦ ਕੱਲ ਨੂੰ ਵੀ ਉੱਧਰ ਹੀ ਹੋਈਏ, ਡਿਪੈਂਡ ਕਰਦਾ ਕੀ ਕਰਦੇ ਆ, ਕੀ ਵਾਅਦਾ ਕਰਦੇ ਆ। ਪਰ ਤੁਸੀਂ ਜਿਹੜਾ ਚੰਨ ਚੜਾਇਆ ਪਿੱਛੇ ਜੇ ਆਣ ਕੇ ਤੁਹਾਡੇ ਲੀਡਰਾਂ ਨੇ, ਕੋਈ ਫੈਕਟਰੀ ਨਹੀਂ ਛੱਡੀ, ਮੱਲੋ ਮੱਲੀ ਖਰੀਦ ਲਈਆਂ, ਠੀਕ ਆ। ਕੋਈ ਹੋਟਲ ਨਹੀਂ ਛੱਡਿਆ, ਮੱਲੋ ਮੱਲੀ ਖਰੀਦ ਰਿਹਾ। ਕਿਸੇ ਨੇ ਬਿਸਕੁਟਾਂ ਦੀ ਫੈਕਟਰੀ ਪਾਈ ਤਾਂ ਕਹਿੰਦੇ ਮੇਰਾ 10% ਪਾਓ, ਮੇਰਾ 20% ਪਾਓ। ਹੁਣ ਤੂੰ ਆਪ ਸਿਆਣਾ ਬਣ ਮੰਤਰੀ ਸਾਹਿਬ, ਵੀ ਲੋਕੀ ਜਾਣ ਤੇ ਜਾਣ ਵੀ ਕਿੱਥੇ, ਕੀ ਕਰਨ ਫੇ। ਹੁਣ ਤੁਹਾਡੇ ਨਾਲ ਕਿੰਨਾ ਕੁ ਜੋੜ ਸਕਦੇ ਸੀ, ਕੀ ਸਵਾਰਿਆ ਤੁਸੀਂ ਮੁਲਕ ਦਾ? ਤਾਇਆ ਜੀ ਮਾੜਾ ਆ ਝਾਤੀ ਮਾਰ ਕੇ ਵੇਖੋ ਪੰਜਾਬ ਤੇ, ਜਾਤੀ ਤਾਂ ਰੋਜ਼ ਮਾਰੀ ਦੀ ਆ। ਸੜਕਾਂ ਦਾ ਜਾਲ ਵਿਛਾਇਆ ਸਾਡੀ ਪਾਰਟੀ ਨੇ। ਅੱਛਾ। ਸੜਕਾਂ ਦਾ ਜਾਲ ਤੇ ਸਾਡੇ ਵਾਲਿਆਂ ਨੇ ਵਿਛਾਇਆ, ਸੈਂਟਰ ਦੀਆਂ ਸੀ ਸੜਕਾਂ, ਛੋਟੀਆਂ ਕਾਹਦੀ ਸੜਕਾਂ। ਨਾਲਾ ਜੀ ਸੈਂਟਰ ਨੂੰ ਕੋਈ ਨਹੀਂ ਵੰਡ ਦਿੰਦਾ ਪੰਜਾਬ 'ਚ। ਇਹ ਤੁਸੀਂ ਅਕਾਲੀ ਦਲ ਦੇ ਮੋਢੇ ਤੇ ਬਹਿ ਕੇ ਵੜੇ ਸੀ। ਅੱਛਾ, ਇਹ ਠੀਕ ਆ। ਤਾਂ ਗੱਲ ਹੈ ਬਸ, ਇਹ ਤਾਂ ਗੱਲ ਬਣਦੀ ਇਹ ਆ। ਤਾਇਆ ਜੀ ਜਿਹੜੀਆਂ ਫੈਕਟਰੀਆਂ ਦੀ ਤੁਸੀਂ ਗੱਲ ਕਰਦੇ ਆ, ਇਹ ਫੈਕਟਰੀਆਂ ਲਿਆਂਦੀਆਂ ਵੀ ਤਾਂ ਸਾਡੀ ਪਾਰਟੀ ਨੇ ਸੀ। ਆਪਣੇ ਵਾਸਤੇ ਲਿਆਂਦੀਆਂ ਕਿਹੜੀਆਂ ਦੇਸ਼ ਲਈ ਲਿਆਂਦੀਆਂ ਹੈ? ਇਹ ਤਾਂ ਛੋਟੀਆਂ ਮੋਟੀਆਂ ਹੱਟੀਆਂ ਬਚ ਗਈਆਂ, ਇਹਨਾਂ ਦੀ ਨਿਗਾਹ ਤੋਂ ਨਹੀਂ, ਉਹ ਵੀ ਲੈ ਜਾਣੀਆਂ ਸੀ। ਨਹੀਂ, ਉਹ ਹੱਟੀਆਂ ਤਾਂ ਬਚ ਗਈਆਂ ਲਾਲਾ ਕਿ ਉਹਨਾਂ ਵਿੱਚ ਇੰਨੀ ਆਮਦਨੀ ਸੀ, ਆਮਦਨੀ ਹੈ ਨਹੀਂ ਸੀਗੀ ਇਹਨਾਂ ਤਾਇਆ, ਜੋਗੀ। ਹੁਣ ਤੁਹਾਡੇ ਭਗਵੰਤ ਮਾਨ ਨੇ ਕੀ ਲੈ ਆਂਦਾ? ਬਈ ਦੇਖ, ਉਹ ਕਹਿੰਦਾ ਹੈ VIP ਕਲਚਰ ਨਹੀਂ ਦੇਣਾ, ਤੇ ਉਹ ਤੇ ਆਪ ਲੰਗਰ ਵੀ ਛਕਦਾ ਤੇ ਮਗਰ ਸਿਕਿਉਰਿਟੀ ਖੜੀ ਹੁੰਦੀ ਆ। ਫਿਰ ਗੱਲ ਕਰੂਗੀ। ਹੁਣ ਦੇਖੋ, ਉਦੋਂ ਸਾਡਾ ਦੀਪ ਸਿੱਧੂ ਮਾਰ ਛੱਡਿਆ ਹੈ, ਉਦੋਂ ਸਾਡਾ ਦੂਜਾ ਆਪਣਾ ਸਿੱਧੂ ਮੂਸੇ ਵਾਲਾ ਮਾਰ ਛੱਡਿਆ। ਹੁਣ ਕੀ ਪਤਾ ਕਿਸੇ ਪਤੰਦਰ ਦਾ ਜਾ ਕੇ ਗੋਲੀ ਇੱਧਰ ਮਾਰ ਦੂ, ਜਾਨ ਤਾਂ ਬਚਾਉਣੀ ਪੈਣੀ ਆ। ਨਾਲੇ ਤਾਇਆ ਬੋਡੀਗਾਰਡਾਂ ਨੂੰ ਵੀ ਭੁੱਖ ਲੱਗਦੀ ਆ, ਲੰਗਰ ਉਹਨਾਂ ਨੇ ਵੀ ਖਾਣਾ ਨਾਲ ਰੋਟੀ। ਨਾ ਜਦੋਂ ਸਾਡੇ ਪ੍ਰਧਾਨ ਸਾਹਿਬ ਦੇ ਨਾਲ ਸਿਕਿਉਰਿਟੀ ਹੁੰਦੀ ਸੀ, ਤੇ ਉਦੋਂ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਡਲੇ ਵੱਜਣੇ ਆ ਪਿੰਡਾਂ 'ਚ। ਹਾਂ ਵੀ ਨਾ ਜਾਇਓ। ਹੁਣ ਭਗਵੰਤ ਮਾਨ ਸਾਹਿਬ ਨੂੰ ਸਾਰੀ ਸਿਕਿਉਰਿਟੀ ਦੀ ਲੋੜ ਪੈ ਗਈ। ਵੀ ਦੇਖ, ਹੁਣ ਲੋੜ ਕਿਉਂ ਪਈ ਭਲਾ? ਤੁਹਾਡੀਆਂ ਪਾਰਟੀਆਂ ਕਰਕੇ ਲੋੜ ਪਈ ਉਹਨੂੰ? ਬੰਦੇ ਛੱਡੇ ਆ ਵੀ ਚੱਕ ਦਿਓ ਉਹਨੂੰ ਹੈ। ਨੇ ਬੰਦੇ ਨੇ ਹੁਣ ਉਹਨਾਂ ਨੂੰ ਵੀ ਡਰ ਪਿਆ ਵੀ ਡਲੇ ਵੱਜਣੇ ਆ। ਅਸਲੀ ਸਿਕਿਉਰਿਟੀ ਤਾਂ ਡਲਿਆਂ ਦੀ ਗੱਲ ਨਹੀਂ ਆ। ਦੇਖ ਵੀ ਆਪਾਂ ਸਿੱਧੀ ਜਿਹੀ ਗੱਲ ਕਰਦੇ ਆ, ਮੈਂ ਮੰਨਦਾ। ਦੇਖ, ਜੋ ਕਾਂਗਰਸ ਨੇ ਕੀਤਾ, ਜੋ ਅਕਾਲੀ ਦਲ ਨੇ ਕੀਤਾ, ਚੰਗੀ ਤਰ੍ਹਾਂ ਮੁਲਕ ਲੁੱਟਿਆ, ਪੰਜਾਬ ਸਾਡਾ ਬਹੁਤ ਲੁੱਟਿਆ। ਠੀਕ ਹੈ, ਮੈਂ ਮੰਨਦਾ ਕਿ ਅਕਾਲੀਆਂ ਵੇਲੇ ਸੜਕਾਂ ਬੜੀਆਂ ਬਣੀਆਂ ਪਹਿਲੇ ਸਮੇਂ ਦੇ ਵਿੱਚ, ਜੋ ਨਵੇਂ ਆਏ ਸੀ। ਬਾਅਦ ਦੇ ਵਿੱਚ ਤੁਰਦੇ ਆਪਣੇ ਘਰ ਜੋਗਾ ਬਣਿਆ। ਠੀਕ ਹੈ, ਹੁਣ ਠੀਕ ਆ ਆਪਣਾ ਆਇਆ ਭਗਵੰਤ ਮਾਨ, ਇਹਨੂੰ ਕੋਈ ਕੰਮ ਨਹੀਂ ਕਰਨ ਦਿੰਦਾ। ਜਦੋਂ ਮਰਜੀ ਗੱਲ ਕਰਦਾ ਬਾਕੀ ਰੌਲਾ ਪਾਉਣ ਲੱਗ ਪੈਂਦੇ ਆ। ਉਹ ਬੰਦੇ ਤਾਂ ਨਹੀਂ। ਹੁਣ ਦਿੱਲੀ ਦੇ ਵਿੱਚ ਕੀ ਬਣਿਆ ਮੈਨੂੰ ਦੱਸ, ਦਿੱਲੀ ਦੇ ਵਿੱਚ ਕੀ ਹੋਇਆ? ਇਹਦਾ ਕੋਈ ਪੈਨ ਖੁੰਦਾ? ਮੈਂ ਸਾਡੇ ਵਾਰੀ ਤੁਸੀਂ ਕਹਿੰਦੇ ਸੀ ਇਹ ਲੁੱਟ ਕੇ ਖਾ ਗਏ, ਤੇ ਉਹਦੇ ਵਾਰੀ ਕਹਿੰਦੇ ਉਹਨੂੰ ਕਿ ਕੰਮ ਨਹੀਂ ਕਰਨ ਦਿੰਦਾ। ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ। ਤੁਸੀਂ ਸਾਰਿਆਂ ਨੂੰ ਛੱਡੋ, ਸਾਡੇ ਵਾਲਿਆਂ ਨੂੰ ਵੋਟ ਪਾਓ, ਸਬਕਾ ਸਾਥ ਸਬਕਾ ਵਿਕਾਸ ਕਰਾਵਾਂਗੇ। ਗੱਲ ਸੁਣ, ਜਿਹੜੇ ਇਲੈਕਟ੍ਰੋ ਉਹ ਫੰਡ ਆਏ ਸੀ ਉਹਨਾਂ ਬਾਰੇ ਚਾਨਣਾ ਪਾ ਦੇ ਲਾਲਾ ਮਾੜਾ ਜਿਹਾ। ਮਾਟੀ ਦੀ ਪੁੱਛ ਲਓ। ਕੱਪੜੇ ਵਾਲੀ ਗੱਲ ਨਹੀਂ ਕਰਦਾ ਵੀ ਲਾਲਾ। ਮੇਰਾ ਖਿਆਲ ਜਿੰਨਾ ਕਿ ਬੀਜੇਪੀ ਨੇ ਲੁੱਟ ਲਿਆ ਨਾ ਆ ਪਿਛਲੇ 2 ਸਾਲਾਂ 'ਚ, ਇਹਨਾਂ ਦੇ ਮੈਂ ਕਿਹਾ ਸਾਰੀਆਂ ਪਾਰਟੀਆਂ ਰਲ ਕੇ ਨਹੀਂ ਲੁੱਟਣਾ ਮੁਲਕ। ਉਹ ਨਹੀਂ ਤੁਸੀਂ ਵਿਕਾਸ ਵੀ ਤਾਂ ਦੇਖੋ ਕਿੰਨਾ ਕੀਤਾ ਵਿਕਾਸ ਹੈ। ਕਿਹੜਾ ਮਾੜਾ ਵਿਕਾਸ? ਮੋਟਾ ਤਾਂ ਫਿਰ ਉਹਨਾਂ ਭੁੱਖ ਵੀ ਲੱਗਦੀ ਸਾਰਿਆਂ ਨੂੰ। ਖਾਸ ਕੀ ਆ, ਉਹਨਾਂ ਕੰਪਿਊਟਰਾਂ ਦੇ ਬੰਦੇ ਬਿਠਾ ਲਏ ਆ, IT ਵਾਲੇ, ਬਸ ਆਰਾਮ ਨਾਲ ਰੋਜ਼ ਸਵੇਰ ਨੂੰ ਬੱਲੇ 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 ਕਰੀ ਜਾਂਦੇ। ਤਮਾਸ਼ਾ ਜ਼ਿਆਦਾ ਆ ਮੱਚਿਆ ਲਾ, ਤੇ ਕੰਮ ਥੋੜਾ ਆ, ਰੌਲਾ ਜ਼ਿਆਦਾ ਪਾਇਆ ਹੋਇਆ। ਸਾਨੂੰ ਸਾਰਾ ਕੁਝ ਦੀਂਦਾ। ਠੀਕ ਆ, ਤੂੰ ਸਾਡਾ ਜਾਣ ਪੁਰਖਾ, ਫਿਰ ਵੀ ਕੋਈ ਨਹੀਂ, ਤੇ ਤੂੰ ਲੈ ਲਿਆ ਕਰਾਂਗੇ ਦਾਣਾ ਦੂਣਾ, ਪਰ ਏਦਾਂ ਵੀ ਨਾ ਬਾਹਲਾ ਕਰ ਸਾਡੇ ਸਰਾਣੇ ਚੜ ਕੇ। ਨਹੀਂ ਆਪਾਂ ਤਾਂ ਭਈ ਸਾਰਿਆਂ ਨੂੰ, ਮੈਂ ਤਾਂ ਕਹਿੰਦਾ ਵੀ ਸਾਰੇ ਆਪਦੀ ਵੋਟ ਪਾਓ, ਸਭ ਨੂੰ ਹੱਕ ਹੈਗਾ, ਪਰ ਸਮਾਨ ਆਪਣੀ ਹੱਟੀ ਤੋਂ ਲੈ ਕੇ ਦੇਖਿਆ, ਉਧਰੋਂ ਮੰਤਰੀ ਸਾਹਿਬ ਆ ਗਏ ਇਲੈਕਸ਼ਨ ਵੇਲੇ, ਉਧਰੋਂ ਇਹ ਆ ਗਿਆ, ਇਹਨੇ ਵੀ ਲੱਡੂ ਵੇਚਣੇ ਨੇ। ਉਹ ਪਤਾ ਜੀ ਪਿੰਡ ਦੀ ਸੇਵਾ ਕਰੀ ਦੀ, ਤੁਹਾਨੂੰ ਪਤਾ ਹੀ ਹੈ। ਤਾਂ ਇਹ ਦੇਖਣ ਵਾਲੀ ਗੱਲ ਆ ਵੀ ਜਦੇ ਸਾਡੀ ਡੈਮੋਕ੍ਰੇਸੀ ਆ ਵੀ, ਹੁਣ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਹਰ ਪਿੰਡ ਦੀ ਸੱਥਾਂ ਵਿੱਚ ਇਹ ਗੱਲਾਂ ਹੋਣ ਲੱਗ ਗਈਆਂ। ਇੱਥੇ ਕੋਈ ਅਕਾਲੀ ਨਹੀਂ, ਕੋਈ ਕਾਂਗਰਸੀ ਨਹੀਂ, ਇੱਥੇ ਸਾਰੇ ਆਪਾਂ ਇੱਕ ਰੈਪਰੈਜ਼ੈਂਟ ਕਰਦੇ ਆ ਉਹਨਾਂ ਲੋਕਾਂ ਨੂੰ ਜੋ ਸਾਡੇ ਮਨਾਂ ਦੇ ਵਿੱਚ ਆ। ਬਿਲਕੁਲ, ਅਸੀਂ ਕੋਰ ਹਾਰਟ ਇੱਕ ਪਾਰਟੀ ਨਾਲ ਜੁੜੇ ਆ। ਅਸੀਂ ਉਹਦੇ ਖਿਲਾਫ ਗੱਲ ਨਹੀਂ ਸੁਣਨੀ ਚਾਹੁੰਦੇ, ਅਸੀਂ ਆਪਣੇ ਲੀਡਰ ਦੇ ਖਿਲਾਫ ਗੱਲ ਨਹੀਂ ਕੋਈ ਸੁਣਨੀ ਚਾਹੁੰਦੇ। ਜਿਸ ਦਿਨ ਅਸੀਂ ਆਪਣੇ ਲੀਡਰ ਦੇ ਖਿਲਾਫ, ਆਪਣੀ ਪਾਰਟੀ ਦੇ ਖਿਲਾਫ ਵੀ ਗੱਲਾਂ ਸੁਣਨ ਲੱਗ ਗਏ, ਸਹੀ ਗੱਲਾਂ ਸੁਣ ਲਓ, ਸਹੀ ਗੱਲਾਂ ਸੁਣਨ ਲੱਗ ਗਏ, ਹਾਂ ਸਾਡਾ ਇਹ ਮੰਤਰੀ ਗਲਤ ਆ,
ਅਸੀਂ ਉਹਨਾਂ ਤੱਕ ਲੋਕਤੰਤਰ ਤਰੀਕੇ ਨਾਲ, ਕਿਉਂਕਿ ਹਰ ਪਾਰਟੀ ਦਾ ਸੰਵਿਧਾਨ ਇਹ ਕਹਿੰਦਾ, ਉਹ ਐਨੂਅਲ ਮੀਟਿੰਗ ਸੱਦਦੇ ਆ ਸਾਲ 'ਚ, ਕੋਈ 2 ਵਾਰੀ ਸੱਦਦਾ, ਕੋਈ 1 ਵਾਰੀ ਸੱਦਦਾ। ਭਾਜਪਾ ਵਾਲੇ ਵੀ ਸੱਦਦੇ ਆ, ਕਾਂਗਰਸ ਵਾਲੇ ਵੀ ਸੱਦਦੇ ਆ, ਆਮ ਆਦਮੀ ਪਾਰਟੀ ਵਾਲੇ ਵੀ ਸ਼ਾਇਦ ਸੱਦਦੇ ਹੋਣਗੇ, ਇਹਨਾਂ ਦਾ ਪਤਾ ਨਹੀਂ। ਹੁਣ ਉਹਦੇ ਵਿੱਚ ਨੈਸ਼ਨਲ ਕਾਨਫਰੰਸ ਇਹ ਕਹਿ ਦਿੰਦੇ ਆ, ਉਹਨੂੰ ਨਾਂ ਦੇ ਦਿੰਦੇ ਆ। ਉਹਦੇ ਵਿੱਚ ਸਾਰੇ ਦੇਸ਼ 'ਚੋਂ ਹੀ ਬੰਦੇ ਇਕੱਠੇ ਹੁੰਦੇ, ਹਰ ਪਾਰਟੀ ਦਾ ਕਰਦੀ ਆ, ਚਾਹੇ ਮੂੰਹ ਲਿਹਾਜ਼ੇ ਦੇ ਨਾਲ। ਪਰ ਜਿਹੜੇ ਲੋਕ ਉੱਥੇ ਜਾਂਦੇ ਆ, ਉੱਥੇ ਜਾ ਕੇ ਇਹੀ ਕਹਿੰਦੇ ਆ ਵੀ ਰਾਹੁਲ ਗਾਂਧੀ ਜੀ ਤੁਹਾਡੇ ਵਰਗਾ ਲੀਡਰ ਕੋਈ ਨਹੀਂ, ਰਾਜਾ ਬਣੇਗਾ ਇਸ ਵੇਲੇ ਸਾਡਾ ਪ੍ਰਧਾਨ ਆ, ਇਹਦੇ ਵਰਗਾ ਬੰਦਾ ਹੀ ਕੋਈ ਨਹੀਂ। ਚਰਨਜੀਤ ਚੰਨੀ ਜਿੰਨੇ ਕੰਮ ਕਰ ਗਿਆ ਇੰਨੇ ਕੰਮ ਕਰੇ ਹੀ ਕੋਈ ਨਹੀਂ ਸਕਦਾ। ਭਾਜਪਾ ਵਾਲੇ ਕਹਿ ਦਿੰਦੇ ਆ ਵੀ ਨਰਿੰਦਰ ਮੋਦੀ ਤਾਂ ਇੱਕ ਰੱਬ ਆ, ਇਹ ਤਾਂ ਪਰਮਾਤਮਾ ਆ, ਹਨਾ, ਅਮਿਤ ਸ਼ਾਹ ਆ, ਇਹਦੇ ਬਿਨਾਂ ਤਾਂ ਸਾਡੇ ਦੇਸ਼ ਦੀ ਮੁਲਕ ਨਹੀਂ ਚੱਲ ਸਕਦਾ। ਉੱਥੇ ਅਸੀਂ ਏਦਾਂ ਦੇ ਬਾਂਬ ਰੋਲੇ ਤਾਂ ਕਰਕੇ ਆ ਜਾਂਦੇ ਆ, ਪਰ ਅਸੀਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਗਲਤ ਕੀਤੀਆਂ, ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਰੋਸਾ ਆ, ਉਹਦੇ ਖਿਲਾਫ ਗੱਲੇ ਨਹੀਂ ਕਰਦੇ। ਉਹਦੇ ਵਿੱਚ ਨਾ ਤਾਂ ਮੋਦੀ ਸਾਹਿਬ ਨੂੰ ਪਤਾ ਲੱਗਦਾ, ਉਹਨਾਂ ਨੂੰ ਵੀ ਲੱਗਣ ਲੱਗ ਜਾਂਦਾ ਵੀ ਅਸੀਂ ਜੋ ਕਰਦੇ ਆ, ਸਾਰੀ ਦੁਨੀਆ ਖੁਸ਼ ਹੈ ਸਾਤੋਂ ਸਾਰਾ ਖੁਸ਼ ਆ, ਹਨਾ। ਅਸੀਂ ਆਪਣੇ ਲੀਡਰ ਨੂੰ ਇਹ ਵੀ ਕਹੀਏ ਵੀ ਹਾਂ ਤੂੰ ਇੱਥੇ ਗਲਤ ਕੀਤਾ। ਹੁਣ ਆਪਾਂ ਅਕਾਲੀ ਦਲ ਦੀ ਗੱਲ ਕਰਦੇ, ਅਕਾਲੀ ਦਲ ਦੇ ਨੋ ਡਾਊਟ ਅਸੀਂ ਜੋ ਦੇਖਿਆ ਵਿਕਾਸ ਬਹੁਤ ਕਰਵਾਇਆ, ਨਾ ਉਹਨਾਂ ਕਾਂਗਰਸ ਕਰਵਾ ਸਕੀ, ਨਾ ਉਹਨਾਂ ਆਮ ਆਦਮੀ ਪਾਰਟੀ ਅਜੇ ਤੱਕ ਦੇਖਿਆ ਹੀ ਆ, ਸਰਪੰਚ ਸਾਰੇ ਵਿਹਲੇ ਫਿਰਦੇ ਆ, ਹਨਾ, ਜਿੰਨਾ ਕੰਮ ਹੁਣ ਤੱਕ ਹੋਇਆ। ਪਰ ਇਹ ਵੀ ਕਹਿੰਦੇ ਆ ਵੀ ਉਹ ਗੁਰਦੁਆਰਿਆਂ ਚੋਂ ਆਉਂਦਾ ਸੀ। ਚਲੋ ਇਹ ਹੁਣ ਪਤਾ ਨਹੀਂ ਕਿੱਦਾਂ ਉਹ ਏਦਾਂ ਸੀ ਮਾਸਟਰ, ਮੈਂ ਦੱਸਦਾ। ਹੁਣ ਜਦੋਂ ਦਾ ਅਕਾਲੀਆਂ ਨੇ ਕਾਨਫਰੰਸ ਕਰਨੀ ਹੁੰਦੀ ਸੀ, ਉਹ ਕਿਸੇ ਨਾ ਕਿਸੇ ਗੁਰਦੁਆਰੇ ਨੂੰ ਕਹਿੰਦੇ ਵੀ ਲੰਗਰ ਪਾਣੀ ਤੁਸੀਂ ਲੈ ਆਇਓ, ਪਰ ਤਾਂ ਕਿ ਵੀ ਤੁਸੀਂ ਫੜ ਲਿਆਇਓ, ਠੀਕ ਆ। ਤੁਹਾਨੂੰ ਮੁਕਤ ਸਰ ਜਾਂਦਾ ਸੀ। ਹੁਣ ਜਦੋਂ ਫਿਰ ਕਾਂਗਰਸ ਨੇ ਜਾਂ ਇਹਨਾਂ ਦੀ ਬੀਜੇਪੀ ਨੇ ਕਰਨਾ ਹੁੰਦਾ ਸੀ ਕੋਈ ਕਾਨਫਰੰਸ ਵਗੈਰਾ, ਉਹਨਾਂ ਨੂੰ ਖਾਣੇ ਪੀਣੇ ਦਾ ਬੰਦੋਬਸਤ ਆਪ ਕਰਨਾ ਪੈਂਦਾ ਸੀ, ਬੰਦੇ ਵੀ ਆਪ ਕਰਨੇ ਪੈਂਦੇ ਸੀ। ਇੰਨਾ ਕੁ ਫਰਕ ਸੀ, ਇੰਨਾ ਕੁ ਫਰਕ। ਕਿਉਂ ਮੰਤਰੀ ਸਾਹਿਬ? ਨਹੀਂ, ਘੱਟੋ ਘੱਟ ਤਾਇਆ ਤਾਂ ਸਾਡਾ ਜਿਹੜਾ ਪ੍ਰਧਾਨ ਹੈ ਉਹ ਬੈਠਾ ਤੇ ਪੰਜਾਬ 'ਚ ਆ, ਇਹ ਗੱਲ ਦਿੱਲੀ ਦਾ ਮੰਨ ਫੇਰਾ ਤੇ ਨਹੀਂ ਪੈਂਦਾ, ਨਾਲੇ ਉਹਨੂੰ ਸਾਰਾ ਰਗ ਦਾ ਪਤਾ ਪੰਜਾਬ ਦਾ। ਨਾਲੇ ਹੁਣ ਦਿੱਲੀ ਫੇਰ ਮਾਰਨ ਦੀ ਕੋਈ ਸਾਨੂੰ ਵੀ ਲੋੜ ਨਹੀਂ ਰਹੀ ਭਾਈ, ਉਹਨੇ ਕੇਜਰੀਵਾਲ ਨੂੰ ਅੰਦਰ ਦਿੱਤਾ ਹੋਇਆ। ਉਹ ਨਹੀਂ ਨਿਕਲਦਾ, ਉਹ ਗਿਆ। ਉਹ ਤਾਂ ਗਲਤ ਆ। ਦੇਖੋ ਮੈਂ 100% ਇਤਰੇ ਨਹੀਂ ਗਾ ਪਾਲ, ਮੈਂ ਬਹੁਤ ਸਾਰੀ ਉਮਰ ਮੈਂ ਅਕਾਲੀਆਂ ਨੂੰ ਵੋਟ ਪਾਈ, ਸਿਰਫ ਲਾਸਟ ਵਾਰੀ ਤੰਗ ਆਣ ਕੇ ਤੁਹਾਡੇ ਤੋਂ, ਉਦੋਂ ਫਿਰ ਮੈਂ ਆਪ ਨੂੰ ਵੋਟ ਪਾਈ ਆ, ਠੀਕ ਆ। ਔਰ ਮੈਂ ਹਮੇਸ਼ਾ ਇਹ ਕਹਿੰਦਾ ਵੀ ਹਰੇਕ ਪਾਰਟੀ ਨੂੰ ਚਾਂਸ ਦੇਣਾ ਚਾਹੀਦਾ, ਕਿ ਦੂਜੀ ਵਾਰੀ ਜੇ ਕੱਲ੍ਹ ਨੂੰ ਅਕਾਲੀ ਆਉਂਦੇ ਜਾਂ ਕਾਂਗਰਸ, ਇਹਨੂੰ ਪਤਾ ਆ ਲੱਗ ਗਿਆ ਅਸੀਂ ਕੰਮ ਨਹੀਂ ਕੀਤਾ ਤਾਂ ਤੀਸਰੀ ਪਾਰਟੀ ਫੇਰ ਆ ਜੂ। ਤੇ ਉਹਨਾਂ ਨੇ ਕਿਹੜਾ ਕਰਤਾ ਤਾਇਆ? ਕੋਈ ਨਹੀਂ, ਇਹ 2-4 ਸਾਲ ਪਏ ਆ, ਜਿੰਨਾ ਤੁਸੀਂ ਕੀਤਾ ਪਿਛਲੀ ਵਾਰੀ ਉਹਨਾਂ ਕੋ ਕਰ ਦੇਣਗੇ। ਹੁਣ ਕੈਪਟਨ ਆਇਆ ਸੀ ਕਾਂਗਰਸ ਵਾਲਾ, ਕੀ ਕਰ ਗਿਆ ਉਹ 5 ਸਾਲਾਂ 'ਚ? ਇਦਾਂ ਉਹ ਹੁਣ ਤਾਂ ਛੱਡ ਕੰਨੀ ਹੋ ਵੀ ਮੈਨੂੰ ਨਾ ਪੁੱਛੀ ਹੋਣੇ ਇਹਦੇ ਪਾਸੇ। ਕੱਲ ਸੁਣ, ਇੱਕ ਗੱਲ ਮੇਰੇ ਕੰਨ ਖੋਲ ਕੇ ਸੁਣ ਲਾ ਪੁੱਤਰਾ ਲਾਲਾ, ਪਿੰਡਾਂ ਵਿੱਚ ਬੀਜੇਪੀ ਨਹੀਂ ਆਉਂਦੀ, ਦੱਸ ਦਿੰਦਾ ਮੈਂ। ਆ ਨਹੀਂ ਦਿੰਦੇ ਪਿੰਡਾਂ 'ਚ ਰਹੂ ਅਕਾਲੀ ਦਲ, ਹਾਂ ਕਿਸੇ ਹੱਦ ਤੱਕ, ਕਿਸੇ ਹੱਦ ਤੱਕ। ਨਹੀਂ ਸਹੀ ਆ। ਨਹੀਂ ਪਰ ਇਹਦੇ ਤਾਇਆ ਹੁਣ ਚਲੋ ਜਿੱਦਾਂ ਕਹਿੰਦੇ ਕੇਜਰੀਵਾਲ ਤੋਂ ਅੰਦਰ ਦੇ ਦਿੱਤਾ, ਪਰ ਇਹਦਾ ਜਵਾਬ ਇਹ ਵੀ ਤਾਂ ਹੋ ਹੀ ਸਕਦਾ ਵੀ ਜਿੱਦਾਂ ਸੰਜੇ ਸਿੰਘ ਛੁੱਟ ਗਿਆ, ਕੇਜਰੀਵਾਲ ਵੀ ਛੁੱਟ ਜੂ। ਕੇਜਰੀਵਾਲ ਕਿੱਦਾਂ ਛੁੱਟ ਜੂ? ਉਹਨੂੰ ਉਹਨੇ ਕਹਿ ਦਿੱਤਾ, ਪਿੱਛੇ ਤੂੰ ਸੁਣੀ ਹੋਣੀ ਖਬਰ, ਹਾਂਜੀ, ਪੀਡੀਆ ਨੇ ਕਹਿ ਦਿੱਤਾ ਵੀ ਇਹ ਸਾਡੇ ਨਾਲ ਕੋਆਪਰੇਟ ਨਹੀਂ ਕਰਦਾ, ਹਾਂਜੀ, ਸਾਡੀ ਮਦਦ ਨਹੀਂ ਕਰਦਾ ਜੀ। ਉਹਨੂੰ 15 ਦਾ ਲਈ ਬੰਦ ਦਾ 15 ਅਪ੍ਰੈਲ ਤੱਕ। ਹਾਂ, ਹੁਣ 15 ਅਪ੍ਰੈਲ ਤੋਂ ਇਲੈਕਸ਼ਨ ਸ਼ੁਰੂ ਹੋ ਜਾਣੇ ਆ। ਬਿਲਕੁਲ। ਨਹੀਂ ਤਾਇਆ ਇਹ ਰੱਖਿਆ ਹੀ ਅਸਲ ਵਿੱਚ ਇਹਨਾਂ ਦਾ ਕੀ ਏਜੰਡਾ ਸੀ, ਹੁਣੇ ਕਿਉਂ, ਜਦ ਕਿ 2 ਸਾਲ ਪੁਰਾਣੀ ਗੱਲ ਆ, ਹੁਣੇ ਕਿਉਂ ਬਾਰ-ਬਾਰ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ? ਇਹਨਾਂ ਨੂੰ ਵੀ ਪਤਾ ਆ ਵੀ ਅਸੀਂ ਬਹੁਤਾ ਸਮਾਂ ਰੱਖ ਨਹੀਂ ਸਕਦੇ। ਅਸਲ ਵਿੱਚ ਉਹ ਵੋਟਾਂ ਨਿਗਾਉਣੀਆਂ ਚਾਹੁੰਦੇ ਆ। ਆਹੀ ਗੱਲ ਆ ਵੀ ਆਮ ਆਦਮੀ ਪਾਰਟੀ ਦੇ ਕੋਲ ਮੇਨ ਲੀਡਰ ਹੀ ਕੋਈ ਨਾ ਰਵੇ, ਇਹ ਲੀਡਰ ਤੋਂ ਬਿਰ ਵੀ ਹੋ ਜਾਵੇ, ਇਹਨਾਂ ਦੀ ਕੋਈ ਪਾਲਿਸੀ ਨਾ ਬਣ ਪਾਵੇ, ਉਨਾ ਚਿਰ ਤੱਕ ਅਸੀਂ ਇਹਨਾਂ ਦੀ ਜਿਹੜੀ એનર્ਜੀ ਇਹਨੇ ਵੋਟਾਂ 'ਚ ਲਾਉਣੀ ਆ, ਉਹ ਇੱਥੇ ਲਵਾ ਦਈਏ, ਇੱਧਰ ਕਨਵਰਟ ਕਰ ਦਈਏ। ਹੁਣ ਤੁਸੀਂ ਦੇਖੋ ਵੀ ਭਗਵੰਤ ਮਾਨ ਹੋਣੀ ਤਾਂ ਉਧਰ ਕੇਜਰੀਵਾਲ ਦੇ ਭਾਵੇਂ ਨੰਬਰ ਬਣਾਉਣ ਲਈ, ਉਹ ਹਰਜੋਤ ਬੈਂਸ ਆ, ਉਹ ਬੜਾ ਤੱਤਾ ਹੋਇਆ ਫਿਰਦਾ ਸੀ, ਗਗਨ ਅਨਮੋਲ ਕੌਰ ਉਹ ਵੀ ਬੜੀ ਤੱਤੀ ਹੋਈ ਫਿਰਦੀ ਸੀ। ਹੁਣ ਸਾਰੇ ਜਿਹੜੇ ਬੰਦੇ ਦੇਖੇ ਉੱਥੇ ਗਏ ਹੋ ਸੀ ਦਿੱਲੀ, ਉਹ એનર્ਜੀ ਕਨਵਰਟ ਹੋ ਗਈ। ਬਿਲਕੁਲ। ਜਿੱਥੇ ਉਹਨਾਂ ਨੇ ਹੁਣ ਤੇ ਆਪਣਾ ਪ੍ਰਚਾਰ ਸ਼ੁਰੂ ਕਰਨਾ ਸੀ ਜਾਂ ਕਿਸੇ ਨਾਲ ਤਾਲਮੇਲ ਕਰਨਾ ਸੀ, ਉਹ ਇੱਕ ਤਰ੍ਹਾਂ ਨਾਲ ਖਰਾਬ ਹੋ ਗਏ। ਪਰ ਇੱਥੇ ਸਵਾਲ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪੁੱਛੇ ਗਏ ਆ ਉਹ ਬੜੇ ਅਹਿਮ ਹੈ। ਉਹ ਕਹਿੰਦੇ ਵੀ ਤੁਸੀਂ 3 ਮਹੀਨੇ ਹੋ ਗਏ ਇਹਨੂੰ ਅੰਦਰ ਰੱਖਿਆ, ਇਹਦੇ ਤੋਂ ਕੋਈ ਬਰਾਮਦ ਹੋਇਆ? ਉਹ ਕਹਿੰਦੇ ਨਹੀਂ ਜੀ, ਇਹਦੀ ਬਰਾਮਦ ਤਾਂ ਕੁਛ ਨਹੀਂ ਹੋਇਆ। ਅੱਛਾ, ਜਿਹੜੇ ਪੈਸੇ ਆ ਉਹ ਕਿੱਥੇ ਆ? ਇਹ ਵੀ ਤਾਂ ਜੀ ਹੁਣ ਪਤਾ ਨਹੀਂ ਕਿੱਥੇ ਆ, ਲੱਭਦੇ ਨਹੀਂ। ਅੱਛਾ, ਇਹ ਫਿਰ ਜੇ ਹੁਣ ਤੁਸੀਂ ਰੱਖੋਗੇ, ਜੇ ਅਸੀਂ ਜ਼ਮਾਨਤ ਦੇ ਦਿੰਨੇ ਆ, ਸਾਨੂੰ ਇਤਰਾਜ਼ ਕੋਈ ਤੇ ਨਹੀਂ?
ਉਹ ਈਡੀ ਨੇ ਕਹਿ ਦਿੱਤਾ, ਜਦੋਂ ਜਵਾਬ ਹੀ ਕੋਈ ਨਹੀਂ ਵੀ ਕਿਹਦੇ ਲਈ ਰੱਖਣਾ, ਕਿਸ ਗੱਲ ਲਈ ਰੱਖਣਾ, ਉਹ ਕਹਿੰਦੇ ਜੀ ਸਾਨੂੰ ਕੋਈ ਇਤਰਾਜ਼ ਨਹੀਂ। ਫਿਰ ਇਹਦਾ ਮਤਲਬ ਉਹ ਜਿਹੜੇ 3 ਮਹੀਨੇ ਉਹਨੂੰ ਖੱਜਲ ਖੁਆਰ ਕੀਤਾ ਐਵੇਂ ਹੀ ਇਹ ਐਵੇਂ ਹੀ ਆ। ਹੁਣ ਕੇਜਰੀਵਾਲ ਦੇ ਉੱਤੇ ਵੀ ਅਜੇ ਕੋਈ ਦਾਵਾ ਤਾਂ ਕੋਈ ਹੈ ਨਹੀਂ, ਉਹ ਕਹਿੰਦੇ ਜੀ ਸਾਡਾ ਸਪੋਰਟ ਨਹੀਂ ਕੋਈ ਕਰਦਾ। ਹੁਣ ਇਹ ਕਹਿੰਦੇ ਆ ਜੀ ਇਹਦੇ ਫੋਨ ਦੇ ਵਿੱਚ ਅਸੀਂ ਫੋਨ ਦੇ ਵਿੱਚੋਂ ਬਰਾਮਦ ਕਰਨਾ। ਫੋਨ ਦੇ ਵਿੱਚ ਕੀ ਆ ਕਿ ਐਪਲ ਵਾਲਿਆਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਜੀ ਅਸੀਂ ਨਹੀਂ ਕਿਸੇ ਨੂੰ ਸ਼ੇਅਰ ਕਰਨਾ। ਪਾਸਵਰਡ ਜਦੋਂ ਬੰਦਾ ਜਿੰਦਾ ਜਾਗਦਾ ਆਪਣਾ ਪਾਸਵਰਡ ਲਾਵੇ, ਉਹਦੀ ਸਹਿਮਤੀ ਦੇ ਨਾਲ ਹੀ ਤੁਸੀਂ ਆਪਣਾ ਦਿਖਾ ਦਿਓ। ਹੁਣ ਇਹੀ ਗੱਲਾਂ ਆ। ਪਹਿਲਾਂ ਵੀ ਇਹਨਾਂ ਦੇ 2-3 ਲੀਡਰ ਜਿਹੜੇ ਅੰਦਰ ਸਿੱਟੇ ਹੋ। ਹੁਣ ਜਦੋਂ ਕੋਈ ਉਹਨਾਂ ਦੀ ਜ਼ਮਾਨਤ ਦੀ ਗੱਲ ਹੁੰਦੀ ਆ ਕਹਿੰਦੇ ਆ ਜੱਜ ਬਦਲ ਜਾਂਦਾ। ਤੇ ਇਹਨੂੰ ਚਾਚਾ ਤਾਇਆ ਹੁਣ ਗੱਲ ਆਪਾਂ ਕਰਦੇ ਵੀ ਡੈਮੋਕ੍ਰੇਸੀ ਦੀ, ਵੀ ਡੈਮੋਕ੍ਰੇਸੀ ਰਹਿ ਡੈਮੋਕ੍ਰੇਸੀ ਹਨਾ। ਪਰ ਦੂਜੇ ਪਾਸੇ ਅਸੀਂ ਗੱਲ ਕੇਜਰੀਵਾਲ ਦੀ ਵੀ ਕਰ ਲਈਏ ਹਨਾ। ਹੁਣ ਤੁਸੀਂ ਗੁੱਸਾ ਨਾ ਕਰਿਓ, ਨਹੀਂ ਮੈਂ ਨਹੀਂ ਗੁੱਸਾ ਕਰਦਾ। ਦਵਿੰਦਰਪਾਲ ਭੁੱਲਰ ਆ, ਉਹ ਕਹਿੰਦੇ ਵੀ ਇਹਦੇ ਕੋਲ ਫਾਈਲ ਵੀ ਗਈ ਆ, ਸਾਰਾ ਕੁਝ ਆ। ਭਾਵੇਂ ਇਹ ਕੀ ਕਹਿੰਦੇ ਆ ਨਹੀਂ ਜੀ ਸਾਡੇ ਹੱਥ ਵੱਸ ਨਹੀਂ, ਇਹਨਾਂ ਨੇ ਵੀ ਤਾਂ ਕੋਈ ਐਫਰਟ ਥੋੜੀ ਕੀਤਾ ਸਰਕਾਰ ਦੇ ਵਿੱਚ ਆ ਕੇ ਵੀ ਅਸੀਂ ਉਹਨੂੰ ਛਡਾਉਣ ਦਾ ਕੋਈ ਯਤਨ ਕਰੀਏ। ਅਮਰਤਪਾਲ ਸੀ, ਚਲੋ ਠੀਕ ਆ, ਬਹੁਤ ਬੰਦੇ ਜਿਹੜੇ ਆ ਨਹੀਂ ਕਿਸੇ ਨਾਲ ਸਹਿਮਤ, ਕਿਸੇ ਨਾਲ ਨਹੀਂ। ਇੱਕ ਉਹ ਪ੍ਰਧਾਨ ਮੰਤਰੀ ਹੁੰਦਾ ਸੀ, ਉਹ ਤਾਂ ਵਿਚਾਰਾ ਨਜਾਇਜ਼ੇ ਰਗੜਿਆ ਅਮਰਤਪਾਲ ਦੇ ਨਾਲ ਹਨਾ। ਹੋ ਸਕਦਾ ਕਿਸੇ ਨੂੰ ਕੋਈ ਹੋਵੇ ਬੈਰ ਵਿਰੋਧ ਹੋਵੇ। ਇਹਨੇ ਵੀ ਤਾਂ ਆਮ ਆਦਮੀ ਪਾਰਟੀ ਨੇ ਰਿਪੋਰਟ ਦਿੱਤੀ ਆ ਵੀ ਨਹੀਂ ਜੀ ਇਹ ਖਤਰਾ ਆ ਸਾਡੇ ਲਈ ਹਨਾ। ਉਹ ਡਿਬਰੂਗੜ੍ਹ ਦੇ ਵਿੱਚ ਤਾਈਓ ਦਾ ਕਹਿੰਦੇ ਆ, ਦੇਖੋ ਅਸੀਂ ਕਿੰਨੇ ਸਾਲ ਰਾਜ ਕੀਤਾ, ਪਾਏ ਕਦੀ ਕਿਸੇ ਦੇ ਝੂਠੇ ਕੇਸ, ਕਦੀ ਡੱਕੇ ਅੰਦਰ ਕੋਈ। ਤਾਈਓ ਕਹਿੰਦੇ ਸਾਡਾ ਰਾਜ ਸਭ ਤੋਂ ਵਧੀਆ, ਸਾਨੂੰ ਇੱਕ ਵਾਰ ਫਿਰ ਤੋਂ ਦੋ ਮੌਕਾ। ਸਾਡੇ ਪ੍ਰਧਾਨ ਸਾਹਿਬ ਤਾਂ ਅੱਗੇ ਪਿੱਛੇ ਹਟ ਗਏ, ਇਹ ਤੋਂ ਵੱਡਾ ਜਿਗਰਾ ਹੈਗਾ ਕਿਸੇ ਦਾ? ਮੌਕਾ ਤੁਹਾਨੂੰ ਜ਼ਰੂਰ ਦਵਾਂਗੇ, 2-4 ਇਲੈਕਸ਼ਨ ਵੇਟ ਕਰ ਲਓ। ਤੇ ਲੀਡਰ ਸਾਹਿਬ ਥੋੜਾ ਸਿੱਖ ਲਓ। ਸਭ ਤੋਂ ਜ਼ਿਆਦਾ ਉਸ ਵੇਲੇ ਸਲਾਹਕਾਰ ਹੁੰਦਾ ਸੀ ਇੱਕ ਚਾਲ, ਸਭ ਤੋਂ ਜ਼ਿਆਦਾ ਕਟਾਪਾ ਨਹੀਂ ਉਹਦਾ ਕੀਤਾ ਸੀ। ਅਮਰਿੰਦਰ ਸਿੰਘ ਤਾਂ ਇਹਨਾਂ ਦੇ ਹੱਥ ਨਹੀਂ ਆਇਆ, ਚਾਲ ਦਾ ਐਨ ਪੂਰਾ ਕਟਾਪਾ ਕੀਤਾ। ਜਿੰਨੇ ਕਾਂਗਰਸੀ ਲੀਡਰ ਸੀ, ਅਕਾਲੀਆਂ ਨੇ ਵੀ ਪੂਰਾ ਜ਼ੋਰ ਲਾਇਆ, ਉਧਰੋਂ ਕੈਪਟਨ ਨੇ 2 ਹੀ ਪੇ ਪੁੱਤ ਅੰਦਰ ਸੱਟੇ। ਮੁਕਾਬਲਾਬਾਜੀ ਤਾਂ ਉਦੋਂ ਵੀ ਚੱਲਦੀ ਰਹੀ, ਰਿਸ਼ਤੇਦਾਰੀ ਸੀ ਹਨਾ। ਕਿਸੇ ਨੇ ਕੋਈ ਵੀ ਜਿਹਦੇ ਹੱਥ ਵਿੱਚ ਹਨਾ, ਜਿੱਦਾਂ ਉਹ ਗੱਲ ਕਰਦੇ ਸੀ ਕਲਮ ਜਿਹਦੇ ਹੱਥ 'ਚ ਆ ਗਈ, ਭਗਵੰਤ ਮਾਨ ਦੇ ਕਹਿਣ ਵਾਂਗੂ ਹਰੇ ਰੰਗ ਵਾਲਾ ਪੈਨ, ਖਾਸ ਤੌਰ ਤੇ ਉਹਨਾਂ ਦੇ ਹੱਥ ਦੇ ਵਿੱਚ ਜਿਨ੍ਹਾਂ ਨੂੰ ਊੜਾ ਐੜਾ ਨਹੀਂ ਆਉਂਦਾ ਡੈਮੋਕ੍ਰੇਸੀ ਦਾ, ਜਿਹੜੇ ਬਿਲਕੁਲ ਕਾਨੂੰਨ ਬਾਰੇ ਜਾਣਕਾਰੀ ਨਹੀਂ ਰੱਖਦੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਾਡੇ ਜਿਹੜੇ ਲੀਡਰ ਆ ਉਹ ਚੁਣ ਹੁੰਦੇ ਜਿਨ੍ਹਾਂ ਨੂੰ ਕਾਨੂੰਨ ਦੀ ਜਾਣ, ਕਿਉਂਕਿ ਉਹਦੀ ਕਾਨੂੰਨ ਬਣਾਉਣੇ ਆ। ਹੁਣ ਤਾਂ ਆ ਤੁਸੀਂ ਕੰਮ ਜਿਹੜਾ ਬਿਲਡਿੰਗ ਦਾ ਕਰਦੇ ਆ ਜਾਂ ਖੇਤੀ ਦਾ ਕਰਦੇ ਆ, ਮੈਨੂੰ ਖੇਤੀਬਾੜੀ ਦਾ ਨਹੀਂ ਪਤਾ। ਮੈਂ ਹੁਣ ਖੇਤੀਬਾੜੀ ਦਾ ਕੰਮ ਜਾ ਕੇ ਸ਼ੁਰੂ ਕਰ ਲਵਾਂ, ਮੈਂ ਦਗਾ ਖਾਣਾ ਹੀ ਆ। ਬਿਲਕੁਲ ਖਾਊਂਗਾ ਹੀ ਦਗਾ ਮੈਂ। ਹੁਣ ਤੁਸੀਂ ਫਰੀਦਕੋਟ ਵਾਲੀ ਸੀਟ ਲੈ ਲਓ। ਫਰੀਦਕੋਟ ਦੇ ਵਿੱਚ ਭਾਜਪਾ ਵਾਲਿਆਂ ਨੇ ਇਹਨਾਂ ਨੇ ਹੰਸਰਾਜ ਹੰਸ ਨੂੰ ਦਿੱਲੀ ਤੋਂ ਲਿਆ ਕੇ ਉੱਥੇ ਧਾਰ ਦਿੱਤਾ। ਹੰਸਰਾਜ ਹੰਸ ਨੂੰ ਕੱਲ ਨੂੰ ਕਿਸੇ ਨੇ ਕਹਿ ਦਿੱਤਾ ਵੀ ਕਾਨੂੰਨ ਕਿੱਦਾਂ ਬਣਦੇ ਆ, ਕੀ ਉਹ ਐਕਸਪਲੇਨੇਸ਼ਨ ਦੇ ਸਕਦਾ। ਨੋ ਡਾਊਟ ਉਹ ਗਾਇਕ ਬਹੁਤ ਵਧੀਆ, ਗਾਇਕ ਦੇ ਵਿੱਚ ਉਹਦੇ ਮੁਕਾਬਲੇ ਦਾ ਸਾਨੀ ਕੋਈ ਨਹੀਂ, ਮੈਂ ਮੰਨਦਾ। ਗਾਣੇ ਸੁਣਦੇ ਆਪਾਂ। ਉਹਦੇ ਮੋਰੇ ਵੀ ਗੋਂ ਵਾਲੇ ਖੜੇ ਕੀਤੇ ਤੋਂ, ਉਹਦੇ ਮੋਰੇ ਕਰਮਜੀਤ ਅਨਮੋਲ ਖੜਾ ਕੀਤਾ। ਹੋਣਾ ਤਾਂ ਇਹ ਚਾਹੀਦਾ ਸੀ ਕੰਪੀਟੀਸ਼ਨ ਵੀ ਇੱਕ ਵਧੀਆ ਵਕੀਲ, ਕੋਈ ਕਾਨੂੰਨਦਾਨ, ਜੱਜ ਉਹਨੂੰ ਖੜਾ ਕੀਤਾ ਹੁੰਦਾ। ਉਹਦੇ ਮੁਕਾਬਲੇ ਦੇ ਵਿੱਚ ਉਦੋਂ ਵੱਡਾ ਜੱਜ, ਉਦੋਂ ਵੱਡਾ ਕਾਨੂੰਨਦਾਨ, ਉਦੋਂ ਵੱਡਾ ਵਿਦਵਾਨ ਬੰਦਾ ਖੜਾ ਕੀਤਾ ਜਾਂਦਾ। ਉਹਦੇ ਮੋਰੇ ਕਰਮਜੀਤ ਅਨਮੋਲ। ਯਾਰ ਉੱਥੇ ਅਸੀਂ ਸੌਰ ਥੋੜੀ ਲਵਾਉਣੇ ਪਾਰਲੀਮੈਂਟ 'ਚ। ਨਾਲੇ ਲਾ ਉਹਨਾਂ ਤਿੰਨਾਂ ਨੂੰ ਹਾਰਮੋਨੀਅਮ ਫੜਾ ਦੇਣੀ ਆ। ਹਾਂਜੀ, ਬਾਦਲ ਸਾਹਿਬ ਨੇ ਲਵਾਏ ਸੀ, ਬਾਦਲ ਸਾਹਿਬ ਨੇ ਕਿੰਨਾ ਸੋਹਣਾ ਸੁਰ ਲਾਇਆ ਸੀ। ਪਰ ਨਾਲ ਐਦਾਂ ਦਾ ਜਿਹੜਾ ਗਾਉਣ ਪਾਣੀ ਉਹ ਵੀ ਜ਼ਰੂਰੀ ਇਹ ਮਾਸਟਰ ਮੈਂ ਲਾਇਆ ਸਾਹਿਬ ਵੀ ਇੱਥੇ ਆਪਣ ਕੀ ਚੱਲਦਾ ਵੀ ਜਿਹੜਾ ਸਭ ਤੋਂ ਵੱਡਾ ਅਨਪੜ੍ਹ ਹੈ ਉਹ ਮੰਤਰੀ ਬਣੂਗਾ। ਇਹ ਹੀ ਅਦਾ। ਹੋਰ ਗੱਲ ਸੁਣ, ਹਾਂਜੀ, ਇੱਕ ਬੜੀ ਗੱਲ ਆ, ਬੀਜੇਪੀ ਵਾਲਿਆਂ ਨੇ ਈਡੀ ਏਦਾਂ ਵਰਤੀ ਆ ਵੀ ਉਹ ਸਿੱਧਾ ਹੁਣ ਕਹਿ ਦਿੰਦੇ ਆ ਜਾਂ ਤਾਂ ਸਾਡੀ ਪਾਰਟੀ ਆ ਜਾ ਤੇ ਜਾਂ ਫਿਰ ਤੇ ਮੁਕੱਦਮਾ ਨਾ। ਹੁਣ ਬਿੱਟੂ ਜਾ ਕੇ ਉਹਨਾਂ ਨਾਲ ਗਿਆ, ਬਿੱਟੂ ਨੂੰ ਕੋਈ ਕਾਲੇ ਕਰਨਾਮੇ ਕੀਤੇ ਹੋਣੇ ਆ। ਬਸ ਇਹ ਤਾਂ ਹੈ ਹੀ ਆ। ਹੁਣ ਤਾਇਆ ਜਿਹੜੀ ਆਪਾਂ ਇਹ ਭੁਲੇਖੇ ਦੇ ਵਿੱਚ ਆ ਵੀ CBI ED, ਪਰ ਇਹਨਾਂ ਨੂੰ ਬਣਾਇਆ ਕਿਸੇ ਨੇ ਸੀ। ਇਹ ਸਾਰੇ ਜਿਹੜੇ ਆ ਕਾਂਗਰਸ ਦੇ ਬਣਾਏ ਹੋਏ ਆ। ਚਲੋ ਇੰਸਟੀਟਿਊਸ਼ਨ ਬਣਾਈ ਸੀ ਦੇ ਵਿੱਚ ਨਹੀਂ ਸਹੀ ਕੰਮ ਕਰਨ ਨੂੰ। ਨਹੀਂ ਪਹਿਲਾਂ ਜਦੋਂ ਬਣਾਏ ਟਾਰਗੇਟ ਇਹਨਾਂ ਨੇ ਵੀ ਉੱਦਾਂ ਹੀ ਕੀਤੇ। ਪਿਛਲਾ ਤੁਸੀਂ 92-93 ਦੇ ਵਿੱਚ ਤਾਇਆ ਟਾਰਗੇਟ ਕੱਢ ਲਿਓ, 2500 ਦੇ ਕਰੀਬ ਕੇਸ ਪਏ ਆ, ਵਿੱਚੋਂ ਗਿਲਟੀ 21 ਜਣੇ ਨਿਕਲੇ ਆ। ਬਾਕੀ ਬੰਦੇ ਜਿਹੜੇ ਸੀ ਕੌਣ ਸੀ ਉਹ? ਇਹ ਹਮੇਸ਼ਾ ਹੀ ਜਿਹੜੀਆਂ ਕਹਿ ਲਓ ਵੀ ਆਪਾਂ ਡਿਫੈਂਡ ਨਹੀਂ ਕਰਦੇ, ਪਰ ਬੀਜੇਪੀ ਸਰਕਾਰ ਜੋ ਅੱਜ ਕਰ ਰਹੀ ਆ, ਪਿਛਲੇ ਜਿਹੜੇ ਪੂਰ ਨੇ ਪਾਏ ਆ ਉਹ ਕਾਂਗਰਸ ਦੇ ਆ। ਹੁਣ ਪਛਤਾਏ ਤੋਂ ਕਿਆ ਹੋਤ ਜਾਂ ਚਿੜੀਆ ਚੌਗੇ ਖੇਤ। ਇਹ ਜਿਹੜੇ ਇੰਸਟੀਟਿਊਸ਼ਨ ਆ ਨਾ, ਹਾਂਜੀ, ਇਹ ਸਾਰੇ ਫ੍ਰੀ ਚਾਹੀਦੇ ਆ, ਇੰਡੀਪੈਂਡੈਂਟ ਚਾਹੀਦੇ। ਜਿੱਦਾਂ ਕਹਿੰਦੇ 4-5 ਥੰਮ ਆਏ। ਹਾਂਜੀ, ਇੱਕ ਤਾਂ ਹੋ ਗਿਆ ਜਿਹੜਾ ਸਾਡਾ ਵੋਟ ਪਾਉਣ ਦਾ, ਹਾਂਜੀ,
ਜਿਹੜਾ ਹੱਕ ਵਾ ਅਸੀਂ ਆਪਣੀ ਜਿਹਨੂੰ ਮਰਜ਼ੀ ਵੋਟ ਪਾਈਏ। ਦੂਜੀ ਜਿਹੜੀ ਪ੍ਰੈਸ, ਤੀਜਾ ਪੁਲਿਸ, ਚੌਥੀ ਜੁਡੀਸ਼ਰੀ। ਹਾਂਜੀ ਇਹਨਾਂ ਸਾਰਿਆਂ ਦਾ ਇੰਡੀਪੈਂਡੈਂਟ ਹੋਣਾ ਬੜਾ ਜ਼ਰੂਰੀ ਹੈ। ਇਹ ਆਪਣਾ ਮਹਿਕਮਾ ਇੰਡੀਪੈਂਡੈਂਟ ਹੋਣੇ ਚਾਹੀਦੇ ਆ। ਇਹ ਕਿਸੇ ਸਰਕਾਰ ਦੇ ਅਧੀਨ ਨਹੀਂ ਹੋਣੇ ਚਾਹੀਦੇ। ਕਿਸੇ ਐਮਪੀ ਨੇ ਫੋਨ ਕੀਤਾ ਤਾਂ ਉਧਰ ਨੂੰ ਤੁਰ ਪਏ, ਦੂਜੇ ਨੇ ਫੋਨ ਕੀਤਾ ਤਾਂ ਉਹਨੂੰ ਤੁਰ ਪਏ। ਕਿੰਨੇ ਪੁਲਿਸ ਵਾਲੇ ਆ ਕਿ ਸਾਡੇ ਜਿਹੜੇ ਜੱਜ ਹੋਏ ਜਾਂ ਹੋਰ ਕੋਈ ਇੱਦਾਂ ਦੇ ਪੁਲਿਸ ਦੇ ਵੱਡੇ ਅਫਸਰ ਹੋਏ, ਉਹਨਾਂ ਦੇ ਘਰ ਨਿਆਣਿਆਂ ਨੂੰ ਸਕੂਲੇ ਛੱਡਦੇ ਆ, ਸ਼ਾਪਿੰਗ ਕਰ ਲਿਆਣਿਆਂ ਕੇ ਰੱਖਦੇ ਆ, ਸਬਜ਼ੀਆਂ ਖਰੀਦਦੇ ਉਹਨਾਂ ਵਾਸਤੇ। ਇਹ ਕੰਮ ਹੈ ਸਾਰਾ। ਬਿਲਕੁਲ। ਹੁਣ ਤੁਸੀਂ ਤਾਇਆ ਇਹਦਾ ਸੌਖਾ ਇਲਾਜ ਆ। ਅੱਜ ਲੋਕੀ ਮੰਗ ਰੱਖਦੇ ਨੇ ਵੀ ਅਸੀਂ ਆਪਣੇ ਲੀਡਰ ਜਿੰਨੇ ਆਉਂਦੇ ਆ, ਤੁਸੀਂ ਇਹ ਕਹਿ ਦੋ ਵੀ ਜਿਹੜੀ ਪੁਲਿਸ ਦੀ ਬਦਲੀ ਆ ਉਹ ਸਰਕਾਰ ਨਹੀਂ ਕਰੂਗੀ। ਪੁਲਿਸ ਦੀ ਬਦਲੀ ਸਿਰਫ ਜਿਹੜਾ DDI ਆ, DIG ਆ, ਉਹੀ ਕਰੇ। ਹੋਰ ਥੱਲੇ ਵਾਲਾ ਕੁਝ ਨਹੀਂ ਕਰ ਸਕਦਾ। ਹੋਰ ਕੋਈ ਲੀਡਰ ਕੋਈ ਦਖਲਅੰਦਾਜ਼ੀ ਨਹੀਂ। ਉਹ DIG ਜਿਹਨੂੰ ਮਰਜ਼ੀ ਬਦਲੇ, ਜਿਹਨੂੰ ਮਰਜ਼ੀ ਲਾਵੇ, ਅੱਜ ਇਹ ਸੁਧਾਰ ਹੋ ਜਾਣਾ। ਜਦੋਂ ਇੱਕ ਹੌਲਦਾਰ ਨੂੰ ਪਤਾ ਆ ਵੀ ਉੱਪਰੋਂ ਫੋਨ ਆਉਣਾ ਮੇਰੀ ਬਦਲੀ SSP ਨੇ ਉੱਥੇ ਕਰਾ ਦੇਣੀ, DSP ਨੇ ਚੱਕ ਕੇ ਮੈਨੂੰ ਉੱਧਰ ਮਾਰਨਾ, ਜਦੋਂ ਉੱਪਰ ਤਲਵਾਰਾਂ ਹੀ ਲਟਕੀ ਜਾਂਦੀਆਂ। ਸਾਰੇ ਮਹਿਕਮਿਆਂ ਦੇ ਵਿੱਚ ਇਹੀ ਹਾਲ ਆ। ਜਿਹੜਾ ਅੰਗਰੇਜ਼ਾਂ ਦਾ ਸਿਸਟਮ ਬਣਿਆ ਸੀ ਨਾ, ਅਸੀਂ ਉਹਨੂੰ ਤੋੜੇ ਨਹੀਂ ਪਾਏ। ਅੱਜ ਸਾਡੀਆਂ ਮੰਗਾਂ ਤਾਂ ਇਹ ਹੋਈ ਜਾਂਦੀਆਂ। ਜਿੱਦਾਂ ਹੁਣ ਅਮਲੀ ਦੀ ਮੰਗ ਕੀ ਸੀ? ਡੋਡੇ ਹਨਾ। ਅਮਲੀ ਦੀ ਤਾਂ ਸ਼ੁਰੂ ਤੋਂ ਇਹੀ ਰਹੀ ਹਨਾ। ਹੁਣ ਲਾਲੇ ਦੀ ਮੰਗ ਵੀ ਇਹੀ ਹੁੰਦੀ ਆ ਵੀ ਸਾਨੂੰ ਜਿਹੜਾ ਆ ਟੈਕਸ ਮਾਫ ਕਰ ਦੋ, GST ਦੰਦਾ ਕਦੋਂ ਆ ਹਨਾ। ਇਹਨਾਂ ਦੀਆਂ ਮੰਗਾਂ ਸਾਰਾ ਭਰੀਦਾ। ਹਾਂ, ਪਰ ਜਿਹੜਾ ਸਿਸਟਮ ਸੁਧਾਰਿਆ, ਸਾਨੂੰ ਬਹੁਤ ਸਾਰੀਆਂ ਉਮੀਦਾਂ ਸੀ ਵੀ ਆਮ ਆਦਮੀ ਪਾਰਟੀ ਸਿਸਟਮ ਸੁਧਾਰ ਲਿਆ, ਪਰ ਇਹ ਵੀ ਉਹੀ ਸਿਸਟਮ ਰੱਖਿਆ ਤਾਂ ਲੋਕਾਂ ਦਾ ਗੱਲ ਇਦਾਂ ਆ ਮਾਸਟਰ ਦੇ ਕਹਿਣ ਨੂੰ ਜੋ ਮਰਜ਼ੀ ਕਹਿ ਲਓ। ਮੈਂ ਵੀ ਕਈ ਵਾਰੀ ਸੋਚਦਾ, ਪਰ ਜੇ ਵੋਟ ਪਾਈਏ ਤਾਂ ਕਿਹਨੂੰ ਪਾਈਏ? ਅਕਾਲੀ ਵੀ ਦੇਖ ਲੈ, ਸਾਨੂੰ ਪਾਓ ਤੁਹਾਡੇ ਵਿੱਚ ਕਾਂਗਰਸ ਵੀ ਦੇਖ ਲਈ। ਭਗਵੰਤ ਮਾਨ ਤਾਂ ਜਾ ਕੇ ਦਿੱਲੀ ਬੈਠਾ, ਅਸੀਂ ਤੁਹਾਡੇ ਵਿੱਚ ਬੈਠੇ, ਸਾਨੂੰ ਪਾਓ। ਚਲੋ ਸਾਡਾ ਬੰਦਾ ਕੋਈ ਦਿੱਲੀ ਵੀ ਜਾਂਦਾ ਆਉਂਦਾ, ਇਹ ਮਾੜੀ ਗੱਲ ਆ। ਕਿਤੇ ਅੱਗੇ ਉਹ ਇੱਥੇ ਆ ਕੇ ਚੌਧਰ ਕਰਦਾ ਸੀ, ਖਰਿਆ ਨੂੰ ਅਸੀਂ ਦਿੱਲੀ ਪੱਕਾ ਹੀ ਭੇਜ ਦੇਣਾ ਕੇਜਰੀਵਾਲ ਦੀ ਤਾਂ। ਇਹ ਕਿਹੜੀ ਗੱਲ ਆ? ਤਾਇਆ ਕਰੋ ਸਬਕਾ ਸਾਥ ਸਬਕਾ ਵਿਕਾਸ ਕਰਦੇ ਆ, ਪਹਿਲਾਂ ਤਾਂ ਤੇਰਾ ਹੀ ਕਰਦੇ ਆ। ਤਾਇਆ ਬਾਕੀ ਤਾਂ ਚਲੋ ਗੱਲਾਂ ਹੁੰਦੀਆਂ ਰਹਿਣੀਆਂ। ਹੁਣ ਆਹ ਇਲੈਕਸ਼ਨ ਆ ਗਏ, ਹੁਣ ਇਹੀ ਕੋ ਚੱਲਣਾ। ਪਰ ਸਾਨੂੰ ਸਮਾਜਿਕ ਤੌਰ ਤੇ ਵੀ ਤਾਂ ਥੋੜਾ ਜਿਹਾ ਦੇਖਣਾ ਪੁੱਛਣਾ ਚਾਹੀਦਾ। ਤੁਹਾਨੂੰ ਦੱਸਾਂ ਮੈਂ ਕੀ ਪੁੱਛਣਾ ਚਾਹੀਦਾ ਹੁੰਦੀ? ਉਹ ਪੁੱਛਣਾ ਮਤਲਬ ਮੇਰਾ ਕਹਿਣ ਦਾ, ਜਿੱਦਾਂ ਹੁਣ ਆਹ ਨਹੀਂ ਗੱਲ ਹੋਈ ਆ ਡਾਂਸਰ ਵਾਲੀ ਤਾਇਆ, ਔਰ ਕੁੜੀ ਡਾਂਸ ਕਰਦੀ ਸੀ, ਆ ਡਾਂਸ ਕਰਦੀ, ਲੜਾਈ ਲੜੀ ਹੋ ਪਈ, ਉਹਨੂੰ ਕੋਈ ਗਲਤ ਬੋਲਤਾ ਡਾਂਸਰ ਨੇ, ਪਰ ਪਹਿਲਾਂ ਉਹਨੇ ਗਲਾਸ ਮਾਰਿਆ ਕੁੜੀ ਦੇ। ਤੈਨੂੰ ਦੱਸਾਂ ਭਈ ਅਮਲੀ ਹੁਣ ਸੁਣਨ 'ਚ ਤਾਂ ਬਹੁਤ ਕੁਛ ਆਉਂਦਾ ਵੀ ਕੁੜੀ ਦੇ ਥੋੜੇ ਕੁੜੀ ਨੂੰ ਗਲਤ ਵੀ ਬੋਲੇ, ਉਹ ਗਲਾਸ ਵੀ ਮਾਰਿਆ, ਲੱਗਾ ਨਹੀਂ ਕਹਿੰਦੇ ਉਹਦੇ। ਕੁੜੀ ਨੇ ਬਿਆਨ ਵੀ ਦਿੱਤੇ ਆ। ਪਰ ਦੂਜੇ ਪਾਸੇ ਇਦਾਂ ਜੋ ਸ਼ਰਾਬ ਪੀਤੀ ਹੁੰਦੀ ਨਾ, ਸਾਡੇ ਬੰਦੇ ਆਪਣੇ ਆਪ ਨੂੰ ਨਾਢੂ ਖਾ ਸਮਝਣ ਲੱਗ ਪੈਂਦੇ ਹਨਾ। ਕਿਸੇ ਦੀ ਕੁੜੀ ਦੀ, ਕਿਸੇ ਧੀ ਦੀ ਇੱਜ਼ਤ ਨਹੀਂ ਸਮਝਦੇ। ਠੀਕ ਆ, ਉਹ ਘਰ ਚਲਾਉਣੇ ਆ, ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਮਾਸਟਰਾਂ। ਹਰ ਕੋਈ ਬੰਦਾ ਘਰ ਚਲਾਉਣ ਲਈ, ਰੋਟੀ ਖਾਣ ਲਈ, ਜੀਂਦਾ ਰੱਖਣ ਲਈ ਕੋਈ ਨਾ ਕੋਈ ਕੰਮ ਕਰਦਾ। ਉਹ ਡਾਂਸ ਕਰਦੇ, ਬਾਹਰਲੇ ਮੁਲਕਾਂ 'ਚ ਵੀ ਕਰਦੇ ਆ, ਠੀਕ ਹੈ, ਕੋਈ ਨਵੀਂ ਗੱਲ ਨਹੀਂ ਹੈ, ਆਪਣੀ ਕਮਾਈ ਕਰਦੇ ਆ। ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਉਹਨੂੰ ਕੋਈ ਇੱਜ਼ਤ ਹੈ ਨਹੀਂ। ਹਰ ਇੱਕ ਦੀ ਇੱਜ਼ਤ ਦਾ ਖਿਆਲ ਰੱਖਣਾ ਇਹ ਸਾਡਾ ਹਰ ਇੱਕ ਬੰਦੇ ਦਾ, ਇਨਸਾਨ ਦਾ ਫਰਜ਼ ਹੋਣਾ ਚਾਹੀਦਾ। ਕਿਉਂ ਮਾਸਟਰ? ਹੁਣ ਤਾਂ ਆ ਜੇ ਕਹਿੰਦੇ ਵੀ ਉਹ DSP ਦਾ ਲੀਡਰ ਆ, ਫਿਰ ਆਪਾਂ ਸਿਸਟਮ ਦੀ ਗੱਲ ਕਰਦੇ। ਪੁਲਿਸ ਵਾਲਾ ਕੋਈ ਵੀ ਜੇ ਜੌਬ 'ਚ ਲੱਗ ਜਾਂਦਾ, ਉਹਦੇ ਬੋਲਣ ਚੱਲਣ ਦਾ ਤਰੀਕਾ ਜਿਹੜਾ ਆ, ਤੁਸੀਂ ਆਪਣੇ ਆਲੇ ਦੁਆਲੇ ਦੇਖ ਲਓ, ਕਿਸੇ ਦਾ ਚਾਚਾ ਵੀ ਹੋ ਸਕਦਾ, ਕਿਸੇ ਦਾ ਤਾਏ ਦਾ, ਕਿਸੇ ਦਾ ਭਰਾ ਵੀ ਹੋ ਸਕਦਾ। ਜਦੋਂ ਪੁਲਿਸ 'ਚ ਭਰਤੀ ਹੋ ਜਾਂਦਾ ਆ, ਵਰਦੀ ਪੈ ਜਾਂਦੀ ਆ, ਬੋਲੀ ਬਦਲ ਜਾਂਦੀ, ਉਹਦੇ ਬੈਠਣ ਦਾ ਢੰਗ, ਜਿਹੜਾ ਬੰਦਾ ਇਦਾਂ ਬਹਿੰਦਾ ਹੁੰਦਾ ਆ, ਉਹ ਇਦਾਂ ਬੈਠਣ ਲੱਗ ਪੈਂਦਾ, ਚੌੜਾ ਹੋ ਗਈ। ਠੀਕ ਆ ਜੀ। ਇਹ ਇੱਕ ਮਨੋਵਿਗਿਆਨ ਆ। ਤੁਸੀਂ ਲੋਕਾਂ ਦੇ ਨਾਲ ਬਿਹੇਵ ਗਲਤ, ਬੋਲਣਾ ਗਲਤ, ਆਪਣੇ ਆਪ ਨੂੰ ਇਹ ਸਮਝਣ ਲੱਗ ਜਾਂਦੇ ਆ ਵੀ ਪਤਾ ਨਹੀਂ ਤੁਸੀਂ ਕੀ ਬਣ ਗਏ ਆ। ਜਦ ਕਿ ਤੁਹਾਡਾ ਜਿਹੜਾ ਪੈਸੇ ਦੀ ਤਨਖਾਹ ਆ ਸਾਰੇ ਪੁਲਿਸ ਵਾਲਿਆਂ ਦੀ, ਉਹ ਸਾਰੇ ਟੈਕਸ ਪੇਅਰ ਇੱਕ ਮਜ਼ਦੂਰੀ ਕਰਦਾ ਆ, ਉਹ ਖੰਡ ਖਰੀਦ ਕੇ ਲਿਆਉਂਦਾ, ਸਾਨੂੰ ਤਨਖਾਹ ਦੇ ਰਿਹਾ। ਬਿਲਕੁਲ ਹਨਾ ਵੀ ਤੁਹਾਨੂੰ ਤੁਸੀਂ ਰਿਟਾਇਰ ਹੋ ਜਾਣਾ ਇੱਕ ਦਿਨ, ਜਿੱਦਣ ਰਿਟਾਇਰ ਹੋ ਜਾਣਾ ਆ, ਫੇਰ ਤੁਹਾਨੂੰ ਆਪਣੀ ਔਕਾਤ ਪਤਾ ਲੱਗਣੀ ਹੋਵੇ ਤੁਸੀਂ ਕੀ ਆ। ਤੁਸੀਂ ਇੱਕ ਰੀਡਰ ਹੋ ਕੇ ਤੁਸੀਂ ਕਿਸੇ ਦੇ ਨਾਲ ਇਦਾਂ ਕਰਦੇ ਆ। ਹੁਣ ਇਹੀ ਤਾਂ ਆ, ਇਹ ਵੀ ਸਾਡੀ ਇੱਕ ਡਬਲ। ਹੁਣ ਲੋਕੀ ਕਹੀ ਜਾਂਦੇ ਚਲੋ ਜੀ ਇਹ ਕੰਮ ਕਾਹਤੇ ਇਦਾਂ ਦੀਆਂ ਕਰਦੀਆਂ। ਜਿਹੜੇ ਲੋਕ ਇਹ ਕਹਿੰਦੇ ਆ, ਉਹ ਮਾਧੁਰੀ ਦੀਕਸ਼ਿਤ ਦੇ ਨਾਲ ਫੋਟੋ ਕਰਾਉਣ ਦੇ ਲਈ ਤਾਲੂਮਾਸ਼ੀ ਹੋਏ ਫਿਰਦੇ ਆ, ਇਹੀ ਕੰਮ ਆ ਹਨਾ। ਉਹ ਇਦੋਂ ਵੀ ਜ਼ਿਆਦਾ ਬੋਲਡ ਕੰਮ ਕਰਦੀਆਂ। ਰਵੀਨਾ ਟੰਡਨ ਦੇ ਨਾਲ ਉੱਥੇ ਜੱਜ ਕਹਿ ਦੋ ਹੀ ਨਹੀਂ, ਉੱਥੇ ਤੱਕ ਟਿਕਟਾਂ ਲਾ ਕੇ ਵੀ ਚਲੇ ਜਾਣਾ। ਕਰੀਨਾ ਆ ਗਈ ਤਾਂ ਮੁੜ ਕੇ ਥਾਂ ਖੜੇ ਖੜੇ ਆ। ਸੁਖਬੀਰ ਬਾਦਲ ਦੇ ਕੱਪ ਵਿੱਚ ਦੇਖਿਆ ਹੀ ਆ, ਉਦੋਂ ਕਹਿੰਦੇ ਸੀ ਇਹਨਾਂ ਨੇ ਜੀ ਦੁਆ ਕੀਤਾ ਹਨਾ, ਉਦੋਂ ਵੀ ਰੌਲਾ ਪਾਉਂਦੇ ਸੀ। ਇਹ ਸਾਡੀ ਡਬਲ ਮਾਨਸਿਕਤਾ। ਇੱਕ ਵਾਰੀ ਏਦਾਂ ਅਸੀਂ ਗੋਲੀ ਮਾਰ ਦਿੱਤੀ ਕੁੜੀ ਦੇ, ਆਓ ਕੁੜੀ ਦੇ, ਫਿਰ ਇਕੱਲੀ ਗੋਲੀ ਨਹੀਂ ਮਾਰੀ,
ਜਿਹੜਾ ਇਹ ਮਰਨ ਤੋਂ ਬਾਅਦ ਜਾਂ ਫਿਰ ਜੀਂਦੀ ਸੀ ਸਹਿਕਦੀ ਸੀ ਇਹਨੇ ਵਰਤਾਰਾ ਕੀਤਾ ਬਾਅਦ ਦੇ ਹਾਂ, ਵਿੱਚ ਫਿਰ? ਕਿਰਤਕੜ ਹਾਂ ਉਹਨੂੰ ਜੀਂਦੀ ਨੂੰ ਜਦੋਂ ਸਟੇਜ ਤੋਂ ਖਿੱਚ ਕੇ ਲੱਤਾਂ ਤੋਂ ਥੱਲੇ ਚੱਕ ਕੇ ਮਾਰ ਕੇ ਘਸੀਟ ਕੇ ਲੈ ਗਏ। ਫਿਰ ਬਾਅਦ ਚ ਪਤਾ ਨਹੀਂ ਕੀ ਹੋਇਆ। ਹੁਣ ਤੁਸੀਂ ਇਹੀ ਤਾਂ ਦੱਸਦੇ ਆ ਵੀ ਅਸੀਂ ਦਾਅਵੇ ਤਾਂ ਬਹੁਤ ਵੱਡੇ ਕਰਦੇ ਆ, ਪਰ ਅਸੀਂ ਸਾਨੂੰ ਪਹਿਲਾਂ ਆਪਣੇ ਜਿਹੜਾ ਕਹਿ ਲਓ ਵੀ ਸਮਾਜਿਕ ਤੌਰ ਦੇ ਉੱਤੇ ਇਹ ਵਿਚਰਨਾ ਵੀ ਸਹੀ ਕਰਨਾ ਪੈਣਾ ਹਨਾ। ਹੁਣ ਗਲਤੀ ਦਾ ਅਸੀਂ ਝੱਟ ਕੱਢ ਦਿੰਨੇ ਆ ਜੀ, ਲੀਡਰ ਉਹ ਮਾੜਾ, ਉਹ ਫਲਾਨਾ ਮਾੜਾ। ਹੁਣ ਲੀਡਰ ਦਾ ਥੋੜੀ ਇਹ 'ਚ ਦੋਸ਼ ਆ। ਹੁਣ ਜਿਹੜਾ ਅਕਾਲੀ ਦਲ ਨੂੰ ਆਪਾਂ ਕਰੀ ਜਾਂਦੇ ਆ, ਉਹ ਬੰਦਿਆਂ ਨੇ ਕੁਛ ਨਹੀਂ, ਗਲਤੀਆਂ ਕੀਤੀਆਂ, ਪਰ ਸੰਸਥਾ ਪੂਰੀ ਬਦਨਾਮ ਹੋ ਜਾਂਦੀ ਹੈ। ਹਾਂ A to Z ਹਨਾ, ਵੀ ਆਪਾਂ ਨੂੰ ਜਿਹੜਾ ਵਰਤਾਰਾ ਆ ਇਹ ਜ਼ਰੂਰ ਸਹੀ ਰੱਖਣਾ ਚਾਹੀਦਾ। ਕੌਣ ਸਹੀ ਆ ਗਲਤ ਆ ਉਹ ਬਾਅਦ ਦੀ ਗੱਲ ਆ। ਉਹ ਤਾਂ ਬਾਗੀਆਂ ਗੱਲਾਂ। ਹੁਣ ਚਲੋ ਤਾਇਆ ਸਮਾਜਿਕ ਤੌਰ ਤੇ ਵੀ ਸਾਨੂੰ ਸਰੀਰਕ ਤੌਰ ਤੇ ਵੀ ਤੇ ਨਸ਼ਾ ਠੀਕ ਰਹਿਣਾ ਚਾਹੀਦਾ। ਤੂੰ ਨਾਲੇ ਤਾਇਆ ਸਰੀਰਕ ਤੌਰ ਤੋਂ ਮੈਨੂੰ ਯਾਦ ਆਇਆ ਐਤਕੀ ਨਹੀਂ ਗਿਆ ਆਸਟ੍ਰੇਲੀਆ। ਨਹੀਂ ਫਿਰ ਤੈਨੂੰ ਪਤਾ ਅਮਲੀਆ ਘਰ ਦੇ ਕੰਮਕਾਰ ਬੜੇ ਹੁੰਦੇ, ਹਰੇਕ ਵਾਰੀ ਜਾ ਨਹੀਂ ਹੁੰਦਾ, ਗੇਮਾਂ ਇਹ ਤੇ ਕਿਰਾਇਆ ਵੀ ਬੜਾ ਜਾਣਾ ਲੱਗਦਾ। ਹੁੰਦਾ। ਮੈਂ ਨਹੀਂ ਗਿਆ, ਪਰ ਮੈਨੂੰ ਇਹਨਾਂ ਪਤਾ ਲੱਗਾ ਸਾਡੇ ਮੰਤਰੀ ਸਾਹਿਬ ਜਾ ਕੇ ਆ ਗੇਮਾਂ ਤੇ। ਕਹਿੰਦਾ ਮੰਤਰੀ ਸਾਹਿਬ ਤਾਇਆ ਦੇਸ਼ ਹੋਵੇ ਵਿਦੇਸ਼ ਹੋਵੇ, ਲੀਡਰਾਂ ਦੀ ਲੋੜ ਹਰ ਥਾਂ ਪੈਂਦੀ ਹੈ। ਗੱਲ ਲੈ ਮੰਨ ਲਿਆ ਸਾਡੇ ਬਿਨਾ ਨਹੀਂ ਸਰਨਾ ਤੁਹਾਡਾ। ਇਹ ਗੱਲਾਂ ਛੱਡ ਦੋ ਲੀਡਰ ਸਾਹਿਬ। ਬਣਾਇਆ ਵੀ ਅਸੀਂ ਹੁੰਦਾ ਤੁਹਾਨੂੰ। ਲਾਲਿਆਂ ਦੀ ਵੀ ਪੈਂਦੀ ਹੈ, ਮਾਸਟਰਾਂ ਦੀ ਵੀ ਪੈਂਦੀ ਹੈ, ਇਹ ਤਾਂ ਸਭ ਦੀ ਪੈਂਦੀ ਹੈ, ਸਾਰਿਆਂ ਨਾਲ ਹੀ ਚੱਲਦਾ ਕੰਮ। ਜਿੱਥੇ ਲੀਡਰ ਹੋਊਗਾ ਉੱਥੇ ਲੱਡੂ ਹੋਊਗਾ, ਤੇ ਜਿੱਥੇ ਲੱਡੂ ਹੋਊਗਾ ਉੱਥੇ ਲਾਲਾ ਹੋਊਗਾ। ਸੌਰੀ ਮੈਂ ਭੁੱਲ ਗਿਆ ਸੀ। ਵੋਟਾਂ ਨੇੜੇ ਹਾਂਜੀ ਹਾਂਜੀ ਮੰਤਰੀ ਸਾਹਿਬ ਬੋਲੋ। ਜਿੰਦਾਬਾਦ। ਤਾਇਆ ਖੇਡਾਂ ਦੀ ਕਮਾਲ ਕੀਤੀ ਪਈ ਵਿਦੇਸ਼ੀਆਂ ਨੇ, ਆਸਟ੍ਰੇਲੀਆ ਵਾਲਿਆਂ ਨੇ। ਹਾਂ ਆਸਟ੍ਰੇਲੀਆ ਵਾਲਿਆਂ ਨੇ ਆਸਟ੍ਰੇਲੀਆ 'ਚ ਪੰਜਾਬ ਬਣਾਤਾ ਪੂਰਾ। ਮੈਂ ਕਹਿੰਦਾ 3 ਦਿਨ 'ਚ ਖੇਡ ਮੇਲਾ, ਹਜ਼ਾਰਾਂ ਦੇ ਜਿਹੜੀ ਤਾਦਾਦ 'ਚ ਲੋਕੀ ਪਹੁੰਚੇ ਤੇ ਗੁਰੂ ਦਾ ਲੰਗਰ। ਭਈ ਬੱਲੇ 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 ਬੱਲੇ, ਦਿਲ ਖੁਸ਼ ਹੋ ਗਿਆ ਤਾਇਆ। ਕਬੱਡੀ ਵੀ ਦੇਖੀ ਮੈਂ ਇੰਡੋਜ਼ ਟੀਵੀ ਤੇ, ਖੇਡਦੇ ਸੀ ਉਹ ਤੇ ਗੇਮਾਂ ਦੇਖੀਆਂ ਸੀ, ਇੰਟਰਵਿਊਆਂ ਦੇਖੀਆਂ ਬੜੀਆਂ। ਮੈਂ ਸੁਣਿਆ ਲੜਾਈ ਵੀ ਹੋ ਪਈ ਉੱਥੇ। ਲੈ ਤਾਇਆ ਪੰਜਾਬੀ ਤਾਂ 4 ਇਕੱਠੇ ਹੋ ਜਾਣ ਉਹ ਨਹੀਂ ਮਾਣਦੇ, ਉੱਥੇ ਦੇ ਹਜ਼ਾਰਾਂ 'ਚ ਸੀ। ਅੱਛਾ ਅਜੇ ਮੈਨੂੰ ਵੇਖ ਕੇ ਥੋੜੇ ਜਿਹੇ ਰੁਕ ਗਏ, ਸੰਭਲ ਗਏ। ਲੈ ਪਰ ਜੋ ਮੈਂ ਥੋੜਾ ਪਾਸੇ ਆਸੇ ਪਾਸੇ ਹੋ ਗਿਆ ਉਦੋਂ ਕਹਿੰਦੇ ਲੜਾਈ ਵੀ ਹੋ ਗਈ। ਅੱਛਾ ਇਹਦਾ ਕਸੂਰ ਸਾਰਾ ਤੇਰਾ ਹੀ ਆ, ਨਾ ਤੂੰ ਆਸੇ ਪਾਸੇ ਹੁੰਦਾ। ਸਾਰਾ ਕੰਮ ਇਸੀ ਦਾ ਹੀ। ਤੇ ਸੋਹਣੀਆਂ ਹੋਈਆਂ ਖੇਡਾਂ ਹੈ। ਹਾਂ ਬਹੁਤ ਸੋਹਣੀ। ਚੱਲ ਅਗਲੀ ਵਾਰੀ ਚੱਲਾਂਗੇ ਅਸੀਂ ਵੀ। ਬਹੁਤ ਸੋਹਣੀਆਂ। ਅਗਲੀ ਵਾਰੀ ਇਹ ਪੰਜਾਬੀਆਂ ਨੇ ਬੜਾ ਪੰਜਾਬੀਆਂ ਦਾ ਮਾਣ ਵਧਾਇਆ ਉੱਥੇ ਆਸਟ੍ਰੇਲੀਆ ਦੇ ਵਿੱਚ। ਹਾਲਾਂਕਿ ਉੱਥੋਂ ਦਾ ਜਿਹੜਾ ਕਹਿੰਦੇ ਆ ਵੀ ਉੱਥੋਂ ਦਾ ਜਿਹੜਾ ਸਥਾਨਕ ਮੀਡੀਆ ਆ ਉਹਨਾਂ ਨੇ ਕੁਝ ਬੇਇੱਜ਼ਤੀ ਵੀ ਕੀਤੀ ਆ। ਇੱਕੋ ਪਾਸੇ ਜਿਹੜਾ ਅਗਲੇ ਦਿਨ ਫੋਟੋਆਂ ਖਿੱਚ ਕੇ ਪਾ ਉਹ ਮੈਂ ਦੇਖੀ ਪੇਪਰ 'ਚ ਫੋਟੋ, ਉਹ ਕਹਿੰਦੇ ਉਹਨਾਂ ਗੰਦ ਗੁੰਦ ਨਹੀਂ ਸਾਫ਼ ਕੀਤਾ ਖਰਿਆ। ਇਹ ਸੀ ਨਾ। ਹਾਂ ਇਹੀ ਸੀ ਤਾਇਆ। ਪਰ ਜਿਹੜਾ ਜਦੋਂ ਮੈਂ ਉੱਥੇ ਫੋਨ ਕਰਕੇ ਵੀ ਪੁੱਛਿਆ, ਉਹ ਤਾਂ ਕਹਿੰਦੇ ਕਿ ਅਗਲੇ ਦਿਨ ਜਿਹੜੇ 500 600 ਜਿਹੜਾ ਬੰਦਾ ਸੀਗਾ ਉਹਨਾਂ ਨੇ ਸਵੇਰ ਤੋਂ ਲੈ ਕੇ ਸਾਰੀ ਸਫਾਈ ਕੀਤੀ। ਪਰ ਜਿਹੜਾ ਉੱਥੋਂ ਦਾ ਸਥਾਨਕ ਮੀਡੀਆ ਆ ਉਹਨਾਂ ਨੇ ਭਾਈ ਇੱਕੋ ਪਾਸਾ ਕਰਕੇ ਵਿਖਾਤਾ। ਮੈਂ ਇੰਟਰਵਿਊ ਸੁਣੀ ਸੀਗੀ ਮਿੰਟੂ ਬਰਾੜ ਦੀ, ਉਹ ਰਾਤ ਨੂੰ ਆਈ ਸੀ ਲੇਟ। ਉਹ ਕਹਿ ਰਿਹਾ ਸੀ ਵੀ ਕੱਲ ਸਵੇਰ ਨੂੰ ਸਫਾਈ ਕਰਨੀ ਆਪਾਂ, ਵੀ ਤੁਸੀਂ ਸਾਰੇ ਜਾਣੇ ਆਇਓ। ਸੋ ਦੂਜੇ ਦਿਨ ਸਫਾਈ ਕਰਨ ਜਾਣਾ ਸੀ ਉਹਨਾਂ ਨੇ। ਉਹੀ ਬਦਨਾਮੀਆਂ ਕਰਦੇ ਆ ਤਾਇਆ ਤੇ ਨਸ਼ਾ। ਇੱਕ ਗੱਲ ਮੈਂ ਹੋਰ ਬੜੀ ਸੁਣੀ ਦੁੱਖ ਦੀ ਗੱਲ ਮਾਸਟਰਾ, ਉੱਥੇ ਆਪਣੇ 2 ਪੰਜਾਬੀ ਪੇ ਪੁੱਤ, ਇੱਕ ਆਪਣੀ ਛੋਟੀ ਜਿਹੀ ਗੁੱਡੀ ਨੂੰ ਬਚਾਉਣ ਦੀ ਖਾਤਰ ਕਹਿੰਦੇ ਪੂਲ ਦੇ ਵਿੱਚ ਡੁੱਬ ਕੇ ਪੂਰੇ ਹੋ ਗਏ। ਹਾਂਜੀ ਬਹੁਤ ਮੰਦਭਾਗੀ ਇਹ ਖਬਰ ਆ। ਆਸਟ੍ਰੇਲੀਆ 'ਚ ਮੈਲਬੌਰਨ 'ਚ ਰਹਿੰਦੇ ਸੀ, ਗੋਲਡ ਕੋਸਟ ਗਏ ਆ। ਉੱਥੇ ਦਾ ਜਿੱਦਾਂ ਕਹ ਲਓ ਹੋਟਲ ਦੇ ਵਿੱਚ ਰੂਮ ਲਿਆ, ਨਾਲ ਪੂਲ ਸੀ ਤੇ ਪੂਲ ਦੇ ਵਿੱਚ ਕੁੜੀ ਜਿਹੜੀ ਬੱਚੀ ਆ ਉਹ ਡੁੱਬਣ ਲੱਗ ਗਈ। ਉਹਨੂੰ ਬਚਾਉਣ ਲਈ ਪਹਿਲਾਂ ਡੈਡ ਉਹਦਾ ਗਿਆ। ਉਹ ਜਦੋਂ ਦੇਖਿਆ ਡੁੱਬਦਾ ਤਾਂ ਮਗਰ ਜਿਹੜਾ ਉਹਦਾ ਦਾਦਾ ਸੀ ਉਹ ਪਹੁੰਚਿਆ। ਕੁੜੀ ਦਾ ਦੋਨੋਂ ਦੀ ਡੈਥ ਹੋ ਗਈ ਆ। ਮਾਂ ਨੇ ਵੀ ਛਾਲ ਮਾਰੀ ਵਿੱਚ ਗਈ, ਉਹ ਵੀ ਹਸਪੀਟਲ ਆ। ਉਹ ਵੀ ਹਸਪੀਟਲ ਆ। ਕੁੜੀ ਬਚ ਗਈ। ਕੁੜੀ ਜਿਹੜੀ ਬਚ ਗਈ ਆ, ਪਰ ਇੱਕ ਇੱਥੋਂ ਜ਼ਰੂਰ ਆ ਦੇਖੋ, ਨੋ ਡਾਊਟ ਜਦੋਂ ਇਦਾਂ ਦਾ ਕੋਈ ਵਰਤਾਰਾ ਹੁੰਦਾ ਉਦੋਂ ਦਿਮਾਗ ਨਹੀਂ ਕੰਮ ਕਰਦਾ, ਨਹੀਂ ਕਰਦਾ, ਪੈਨਿਕ ਹੋ ਜਾਂਦਾ। ਕਰਦਾ ਪੈਨਿਕ ਵੀ ਹੁੰਦਾ ਦਿਲ ਤੋਂ, ਜਿੱਦਾਂ ਕਹਿੰਦੇ ਹੁੰਦੇ ਆ ਫੀਲਿੰਗ, ਇਮੋਸ਼ਨ, ਵੀ ਮੇਰਾ ਪੁੱਤ ਡੁੱਬਣ ਲੱਗਾ ਹਨਾ, ਉਹ ਜਿਹੜੀ ਫੀਲਿੰਗ ਆ ਜਾਂਦੀ ਆ। ਇਦਾਂ ਹੀ ਉਹ ਪੁੱਤ ਦੇ ਮਨ 'ਚ ਆਏ ਮੇਰੀ ਗੁੱਡੀ ਡੁੱਬਣ ਲੱਗੀ ਆ। ਉਹ ਗੁੱਡੀ ਨੂੰ ਬਚਾਉਣ ਦੇ ਲਈ ਵਿਚਾਰੇ ਦੋਨੇ ਜਿਹੜੀ ਆਪਣੀ ਜਾਨ ਤੋਂ ਹੱਥ ਧੋ ਬੈਠੇ। ਪਰ ਇਹੋ ਜਿਹੀਆਂ ਖਬਰਾਂ ਆਸਟ੍ਰੇਲੀਆ ਦੇ ਵਿੱਚ ਬਹੁਤ ਆਈਆਂ। ਕਿਉਂ ਆਈਆਂ? ਕਿਉਂਕਿ ਆਸਟ੍ਰੇਲੀਆ ਦੇ ਜਿਹੜੇ ਜ਼ਿਆਦਾ ਸ਼ਹਿਰ ਆ ਉਹ ਸਾਰੇ ਸਮੁੰਦਰ ਦੇ ਨਾਲ ਆ। ਉੱਥੇ ਦੇ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ, ਉੱਥੇ ਦੇ ਜਿਹੜੇ ਗੋਰੇ ਰਹਿੰਦੇ ਆ, ਉਹਨਾਂ ਸਾਰਿਆਂ ਨੂੰ ਸਵਿਮਿੰਗ ਜਿਹੜੀ ਆ ਲਗਭਗ ਆਉਂਦੀ ਆ, ਕਿਉਂਕਿ ਉੱਥੇ ਦਾ এনवायरमेंट ਸਕੂਲਾਂ ਦੇ ਵਿੱਚ ਸਿਖਾਈ ਜਾਂਦੀ, ਸਕੂਲਾਂ 'ਚ ਸਿਖਾ ਦਿੱਤੀ ਜਾਂਦੀ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਬਾਪ ਪੈਣਾ ਹੀ ਆ ਸਮੁੰਦਰ ਦੇ ਨਾਲ, ਇਹਨੇ ਕਿਤੇ ਨਾ ਕਿਤੇ ਸਮੁੰਦਰ ਦੇ ਵਿੱਚ ਜਾਣਾ ਹੀ ਆ।
ਹੁਣ ਅਸੀਂ ਪੰਜਾਬ ਆ, ਸਾਡੇ ਤਾਂ ਨੇੜੇ ਤੇੜੇ ਵੀ ਹੈ ਨਹੀਂ। ਅਸੀਂ ਜੇ ਸਮੁੰਦਰ ਦੇਖਣਾ ਹੋਵੇ ਜਾਂ ਇੱਧਰ ਜਾਵਾਂਗੇ ਕਲਕੱਤੇ ਜਾਂ ਇੱਧਰ ਜਾਵਾਂਗੇ ਬੰਬਈ, ਉਰੇ ਤੇ ਕਿਤੇ ਨਹੀਂ ਲਾਗੇ ਛਾਗੇ ਤਾਇਆ ਲੱਭਣਾ ਆਪਾਂ ਨੂੰ। ਅੱਗੇ ਨਾ ਸਾਡੇ ਸੁਰਤ ਦੇ ਵਿੱਚ ਨਹਿਰਾਂ 'ਚ ਪਾਣੀ ਆਉਂਦਾ ਹੁੰਦਾ ਸੀ, ਤੇ ਨਹਿਰਾਂ ਦੇ ਵਿੱਚ ਅਸੀਂ ਨਿੱਕੇ ਨਿੱਕੇ ਧਰਦੇ ਰਹੇ ਆ, ਤੈਰਦੇ ਰਹੇ ਆ। ਕਈਆਂ ਨੂੰ ਮਾੜਾ ਮੋਟਾ ਆਉਂਦਾ ਸੀ, ਕਈਆਂ ਨੂੰ ਨਹੀਂ ਸੀ ਆਉਂਦਾ। ਹੁਣ ਤਾਂ ਪਾਣੀ ਵੀ ਨਹੀਂ ਆਉਂਦਾ, ਬਿਲਕੁਲ ਹਨਾ? ਪਾਣੀ ਵੀ ਨਹੀਂ ਆਉਂਦਾ। ਚਲੋ ਵੈਸੇ ਵੀ ਇੰਟਰਸਟ ਹੀ ਘਟ ਗਿਆ। ਹੁਣ ਨਹਿਰਾਂ 'ਚ ਨਹਾਉਂਦਾ ਕੌਣ ਆ? ਪਹਿਲਾਂ ਤਾਂ ਸ਼ੌਂਕ ਦੇ ਨਾਲ ਗਰਮੀਆਂ ਨੂੰ ਨਹਿਰਾਂ ਦੇ ਨਾਲ ਪਾਣੀ ਨਹੀਂ ਆਉਂਦਾ, ਵੀ ਨਹਾਉਣਾ ਕਿੱਥੇ ਆ? ਅਸੀਂ ਤਾਂ ਆਪ ਐਤਵਾਰ ਜਦੋਂ ਆਪਣੇ ਹੱਟੀ ਤੋਂ ਥੋੜਾ ਜਿਹਾ ਵਿਹਲੇ ਹੋ ਗਏ ਤੇ ਉਦੋਂ ਸਾਰੇ ਜਣੇ ਅਸੀਂ ਕੱਛੀ 'ਚ ਜਾਂਦੇ ਸੀ, ਉੱਥੇ ਕੱਛੀ ਜਾ ਨਜ਼ਾਰੇ ਕਰਦੇ ਪੂਰਾ। ਹਾਂ ਬਸ ਉਦੋਂ ਤੈਰਨਾ ਆਉਂਦਾ ਸੀ। ਪਰ ਹੁਣ ਜ਼ਿਆਦਾਤਰ ਫਿਰ ਤਾਇਆ ਕਿ ਵੀ ਆ ਕਿ ਸਮੁੰਦਰ ਵਿੱਚ ਤੈਰਨਾ ਤੇ ਨਹਿਰ ਵਿੱਚ ਤੈਰਨਾ ਫਰਕ ਬਹੁਤ ਆ, ਇਹਦਾ ਫਰਕ ਬਹੁਤ ਛੱਲਾਂ ਬਹੁਤ ਆ, ਹਨਾ? ਵੀ ਉੱਥੇ ਬੀਚ ਦੇ ਉੱਤੇ ਬਹੁਤ ਮੌਤਾਂ ਹੋਈਆਂ, ਪਰ ਆਹ ਦੇਖੋ ਵੀ ਮਨ ਬੜਾ ਖਰਾਬ ਹੋਇਆ ਜਦੋਂ ਬਹੁਤ ਖਬਰ ਜ਼ਿਆਦਾ। ਪੜ੍ਹੀ ਵੀ ਵਿਚਾਰੇ ਦੇਖੋ ਛੁੱਟੀਆਂ ਕੱਟਣ ਆਏ, ਘਰ ਪੁੱਟ ਹੋ ਗਿਆ, ਹਨਾ? ਵੀ ਘਰੇ ਹੀ ਇੱਕ ਤਰ੍ਹਾਂ ਨਾਲ ਬਰਬਾਦ ਹੋ ਗਿਆ। ਪਰ ਸਾਨੂੰ ਸਬਕ ਵੀ ਨਾਲ ਲੈਣਾ ਚਾਹੀਦਾ ਵੀ ਜਦੋਂ ਵੀ ਅਸੀਂ ਕਿਤੇ ਜਾਈਏ, ਇਹ ਜ਼ਰੂਰ ਅਸੀਂ ਸੰਭਾਵਨਾ ਰੱਖੀਏ ਵੀ ਜੇ ਪੂਲ ਆ ਤਾਂ ਉਹਦੇ ਵਿੱਚ ਬੱਚਿਆਂ ਨੂੰ ਪਹਿਲਾਂ ਤਾਂ ਅਵੇਅਰ ਕਰੀਏ। ਜੇ ਤਾਂ ਬੱਚੇ ਤੈਰਨਾ ਜਾਣਦੇ ਆ ਫਿਰ ਉਹਨਾਂ ਨੂੰ ਵਿੱਚ ਜਾਣ ਦਈਏ, ਜਾਂ ਆਪਣੇ ਵੱਲੋਂ ਵੀ ਆਪਣੇ ਜਿਹੜੇ ਸਿਕਿਉਰਿਟੀ ਰੀਜ਼ਨ ਆ ਉਹ ਜ਼ਰੂਰ ਨਾਲ ਰੱਖੀਏ। ਉੱਥੇ ਮੈਂ ਦੇਖੇ ਨਿਆਣੇ ਤਰਦੇ, ਉਹਨਾਂ ਦੇ ਬਾਹਾਂ 'ਚ ਪਾਏ ਹੁੰਦੇ ਆ, ਸੇਫਟੀ ਜੀਆਂ ਚੀਜ਼ਾਂ Safety ਪਾਉਂਦੇ ਆ, ਮੈਂ ਤਾਂ ਦੇਖਿਆ ਤਾਂ ਉਹ 6 ਪਾਉਣੀ ਚਾਹੀਦੀਆਂ। ਪਾਈ ਫਿਰਦੇ ਹੁੰਦੇ ਆ। ਹੋ ਸਕਦਾ ਕਿ ਜਿਹੜੀ ਗੁੱਡੀ ਸੀ ਉਹਨੂੰ ਬਿਨਾਂ ਪੁੱਛੇ ਦੱਸਿਓ ਇਦਾਂ ਹੋਈ ਆ। ਹਾਂਜੀ ਇਦਾਂ ਉਹ ਮਗਰ ਗਏ ਵਿਚਾਰੇ, ਹਨਾ? ਬਸ ਹਾਂਜੀ। ਪਰ ਮੈਂ ਇਹ ਦੇਖਿਆ ਜਦੋਂ ਆਇਆ ਜਦੋਂ ਆਈ ਹੁੰਦੀ ਆ ਨਾ, ਉਦੋਂ ਕੋਈ ਬਹਾਨਾ ਬਣ ਜਾਂਦਾ, ਕੋਈ ਹੱਲ ਨਹੀਂ ਨਿਕਲਦਾ। ਤੇ ਮੈਂ ਉੱਥੇ ਹੀ ਸੀ ਉਸ ਵੇਲੇ ਆਸਟ੍ਰੇਲੀਆ ਦੇ ਵਿੱਚ। ਬਹੁਤ ਮੰਦਭਾਗੀ ਖਬਰ, ਪੂਰੇ ਦਾ ਪੂਰਾ ਜਿਹੜਾ ਪਰਿਵਾਰ ਆ, ਪਰਿਵਾਰ ਦੇ ਜਿਹੜੇ 2 ਮੁੱਢਲੇ ਜੀ ਆ ਉਹ ਤੁਰ ਗਏ। ਬਹੁਤ ਦੁੱਖ ਹੋਇਆ ਮਾਂ ਹਸਪੀਟਲ 'ਚ ਆ ਜੀ। ਬਿਲਕੁਲ ਚਲੋ ਬੱਚੀ ਲਈ ਕੋਈ ਜ਼ਿੰਦਗੀ ਹੋਵੇ, ਸ਼ਾਂਤੀ ਦੇਵੇ। ਪਰ ਮੈਂ ਤਾਂ ਇੰਨਾ ਕਹਿਣਾ ਵੀ ਜਿੰਨੇ ਵੀ ਆਪਣੇ ਲੋਕੀ ਜਾਂਦੇ, ਮੈਂ ਬਹੁਤ ਕੇਸ ਸੁਣੇ ਆ, ਖਬਰਾਂ ਪੜ੍ਹਦੇ ਰਹਿੰਦੇ ਆ ਕਿ ਕਿੰਨੇ ਆਪਣੇ ਪੰਜਾਬੀ ਇੰਡੀਅਨ ਆਪਣੇ ਉੱਥੇ ਸਮੁੰਦਰ ਦੇ ਵਿੱਚ ਡੁੱਬ ਗਏ ਜੀ, ਤਰਨਾ ਨਹੀਂ ਆਉਂਦਾ। ਇੱਕ ਵਾਰ ਨਿਊਜ਼ੀਲੈਂਡ 'ਚ ਹੋਏ ਸੀ ਦੋ ਭਰਾ, ਉਹ ਆਇਸ ਦੇਖਦੇ ਸੀ, ਬਰਫ਼ ਦੇਖਦੇ ਸੀ, ਬਰਫ਼ ਤੇ ਖੜੇ ਸੀ, ਉਹ ਟਲਾ ਡਿੱਗ ਪਿਆ ਥੱਲੇ ਡਿੱਗ ਕੇ ਪੂਰੇ ਮਾਂ ਦੇ ਸਾਹਮਣੇ। ਬਹੁਤ ਜ਼ਿਆਦਾ ਇਹ ਕੇਸ ਹੋਏ। ਸਾਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਜਦੋਂ ਅਸੀਂ ਸਮੁੰਦਰ 'ਚ ਵੜਦੇ ਆ ਨਾ। ਸਮੁੰਦਰ ਦੇ ਪਾਣੀ ਵਿੱਚ ਖਿੱਚ ਹੁੰਦੀ ਆ, ਉਹ ਪੈਰਾਂ ਥੱਲੋਂ ਜ਼ਮੀਨ ਖਿੱਚ ਲੈਂਦੀ ਆ, ਉਹਨੂੰ ਆਪਣੇ ਗੋਰੇ ਰਿਪ ਸਾਦੇ ਆ, ਰਿਪ ਹੁੰਦੀ ਕਹਿੰਦੇ ਪਾਣੀ 'ਚ। ਤਾਂ ਜਿੱਥੇ ਉੱਥੇ ਜੋ ਆਸਟ੍ਰੇਲੀਆ ਜਾਂਦੇ, ਮੈਂ ਵੀ ਗਿਆ ਸੀ ਸਮੁੰਦਰ ਦੇ ਕੰਢੇ ਕਈ ਵਾਰੀ। ਮੈਂ ਤਾਂ ਡਰਦਾ ਹੀ ਸੀ, ਤਰਨਾ ਉੱਪਰ ਆਉਂਦਾ ਨਹੀਂ। ਪਰ ਉਹ ਮੈਨੂੰ ਬੰਦੇ ਉੱਥੇ ਖੜੇ ਸੀਗੇ, ਉਹ ਕਹਿੰਦੇ ਸੀ ਜਿਹੜੇ ਉਹਦੇ ਝੰਡੇ ਲਾਏ ਸੀ ਉਹਨਾਂ ਨੇ, ਯੈਲੋ ਰੰਗ ਦੇ ਝੰਡੇ, ਉਹ ਕਹਿੰਦੇ ਝੰਡਿਆਂ ਦੇ ਵਿੱਚ ਤਰੋ। ਉਹਨਾਂ ਦੇ ਉੱਤੇ ਬੰਦੇ ਵੀ ਖੜੇ ਆ, ਉਹਨਾਂ ਕੋਲ ਕੈਸਟੀ ਜੀ ਵੀ ਆ ਪਲਾਸਟਿਕ ਜੀ ਦੀ, ਤੋਂ ਬੰਦੇ ਵੀ ਦੇਖਦੇ ਆ, ਬਚਾਉਂਦੇ ਆ ਜੇ ਕੋਈ ਡੁੱਬ ਜਾਵੇ। ਪਰ ਕਈ ਲੋਕ ਆਪਣੇ ਵੀ ਖਿਆਲ ਨਹੀਂ ਕਰਦੇ, ਉਹ ਝੰਡਿਆਂ ਤੋਂ ਪਰੇ ਚੱਲ ਜਾਂਦੇ ਆ। ਉੱਥੇ ਕਈ ਵਾਰ ਪਾਣੀ ਸੇਫ ਨਹੀਂ ਹੁੰਦਾ, ਉਹ ਡੁੱਬ ਜਾਂਦੇ ਆ। ਸੋ ਮੈਂ ਤਾਂ ਇਹ ਕਹੂੰਗਾ ਜਿਹੜੇ ਆਪਣੇ ਨਿਆਣੇ ਹੁਣ ਵੀ ਜਾਣੇ ਆ, ਇੱਥੋਂ ਇੰਡੀਆ ਤੋਂ ਜਾ ਰਹੇ ਆ, ਤੇ ਉੱਥੇ ਵੀ ਆ, ਵੀ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਪਾਣੀ ਦੇ ਨਾਲ ਕੋਈ ਲਾੜ ਨਹੀਂ ਹੈ। ਸਮੁੰਦਰ ਅਥਾਹ ਹੁੰਦਾ, ਉਹਦੇ ਬਲ ਦੇ ਮੂਹਰੇ ਆਪਾਂ ਕੁਛ ਨਹੀਂ। ਬਿਲਕੁਲ ਸਮਝਣਾ, ਸੋਚਣਾ ਤੇ ਖਿਆਲ ਕਰਨਾ ਬੜਾ ਜ਼ਰੂਰੀ।